ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪੁ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਜੁਗੋ ਜੁਗ ਅਟਲ ਜਬਰ ਤਖਤ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੱਬੀ ਜੋਤ ਨਿਰੰਕਾਰ ਸਰੂਪ ਗੁਰੂ ਨਾਨਕ ਦੀ ਗੱਦੀ ਤੇ ਵਿਰਾਜਮਾਨ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇ ਵਡ ਆਵਰ ਨਾ ਕੋਇ। ਗੁਰ ਕੀ ਮਹਿਮਾ ਕਿਆ ਕਹਾਂ ਗੁਰ ਵਿਵੇਕ ਸਤ ਸਰ। ਉਹ ਆਦਿ ਜੁਗਾਦਿ ਜੁਗੈ ਜੁਗ ਪੂਰਾ ਪਰਮੇਸ਼ਰ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਵਿੱਤਰ ਗੋਦ ਵਿੱਚ ਬੈਠ ਕੇ ਪਵਿੱਤਰ ਹਜ਼ੂਰੀ ਵਿੱਚ ਸੱਜ ਕੇ ਅੰਮ੍ਰਿਤ ਵੇਲੇ ਤੋਂ ਗੁਰਾਂ ਦਾ ਦੀਦਾਰ ਕੀਤਾ ਹੈ, ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਹੈ। ਸਤਿਗੁਰਾਂ ਦੀ ਅੰਮ੍ਰਿਤ ਬਾਣੀ ਅੰਮ੍ਰਿਤ ਵੇਲੇ ਤੋਂ ਹੀ ਸ੍ਰੀ ਜਪਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ, ਆਸਾ ਜੀ ਦੀ ਵਾਰ ਦੇ ਕੀਰਤਨ, ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਕੀਰਤਨ ਸਰਵਣ ਕੀਤਾ ਹੈ। ਮੂਲ ਮੰਤਰ ਗੁਰ ਮੰਤਰ ਦੇ ਜਾਪ ਕੀਤੇ ਹਨ। ਇਸ ਕਰਕੇ ਭਾਗਾਂ ਵਾਲੇ ਹਨ। ਅੰਮ੍ਰਿਤ ਵੇਲੇ ਜਦੋਂ ਸਾਰੀ ਦੁਨੀਆ ਸਾਰੇ ਪਾਸੇ ਸ਼ਾਂਤਾਈ ਵਰਤੀ ਹੁੰਦੀ ਹੈ। ਇੱਕ ਟਿਕਾ ਦੁਨੀਆ ਘੋਖ ਸੁੱਤੀ ਪਈ ਹੁੰਦੀ ਹੈ, ਜਿਹਦੇ ਵਿੱਚ ਸੂਰਮੇ ਲੋਕ ਜਾਗ ਕੇ, ਕੌਣ ਹੈ ਸੂਰਮਾ? ਜਾ ਕਉ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ। ਜਿਹਨੂੰ ਪਰਮਾਤਮਾ ਦਾ ਪਿਆਰ ਲੱਗ ਜਾਵੇ, ਹਰੀ ਦਾ ਰੰਗ ਲੱਗ ਜਾਵੇ। ਜਾ ਕਉ ਹਰ ਰੰਗ ਲਾਗੋ ਇਸ ਯੁਗ ਮੈਂ, ਇਸ ਕਲਯੁਗ ਦੇ ਸਮੇਂ 'ਚ ਪਰਮਾਤਮਾ ਦੇ ਨਾਮ ਦਾ ਰੰਗ ਲੱਗ ਜਾਵੇ, ਪਰਮਾਤਮਾ ਦਾ ਪਿਆਰ ਲੱਗ ਜਾਵੇ, ਉਹੀ ਹੈ ਸੂਰਮਾ ਅੱਜ ਦੇ ਸਮੇਂ ਦੇ ਵਿੱਚ। ਸੋ ਕਹੀਅਤ ਹੈ ਸੂਰਾ। ਸੋ ਇਸ ਕਰਕੇ ਭਾਗਾਂ ਵਾਲੇ ਜਿਹੜੇ ਹਨ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਨੇ, ਬਾਣੀ ਪੜ੍ਹਦੇ ਨੇ, ਨਾਮ ਜਪਦੇ ਹਨ। ਅੰਮ੍ਰਿਤ ਵੇਲਾ ਤੇ ਗੁਰਾਂ ਦੀ ਬਾਣੀ ਮਿੱਠੀ ਹੈ, ਭਾਗਾਂ ਵਾਲੇ ਲਾਹਾ ਲੈਂਦੇ ਨੇ। ਅੰਮ੍ਰਿਤ ਵੇਲਾ ਤੇ ਗੁਰਾਂ ਦੀ ਬਾਣੀ ਮਿੱਠੀ ਹੈ, ਭਾਗਾਂ ਵਾਲੇ ਲਾਹਾ ਲੈਂਦੇ ਨੇ। ਅੰਮ੍ਰਿਤ ਵੇਲਾ ਤੇ ਗੁਰਾਂ ਦੀ ਬਾਣੀ ਮਿੱਠੀ ਹੈ, ਭਾਗਾਂ ਵਾਲੇ ਲਾਹਾ ਲੈਂਦੇ ਨੇ। ਅੰਮ੍ਰਿਤ ਵੇਲਾ ਤੇ ਗੁਰਾਂ ਦੀ ਬਾਣੀ ਮਿੱਠੀ ਹੈ, ਭਾਗਾਂ ਵਾਲੇ ਲਾਹਾ ਲੈਂਦੇ ਨੇ। ਅੰਮ੍ਰਿਤ ਵੇਲਾ ਤੇ ਗੁਰਾਂ ਦੀ ਬਾਣੀ ਮਿੱਠੀ ਹੈ, ਭਾਗਾਂ ਵਾਲੇ ਲਾਹਾ ਲੈਂਦੇ ਨੇ। ਅੰਮ੍ਰਿਤ ਵੇਲਾ ਤੇ ਗੁਰਾਂ ਦੀ ਬਾਣੀ ਮਿੱਠੀ ਹੈ, ਭਾਗਾਂ ਵਾਲੇ ਲਾਹਾ ਲੈਂਦੇ ਨੇ। ਅੰਮ੍ਰਿਤ ਵੇਲਾ ਤੇ ਗੁਰਾਂ ਦੀ ਬਾਣੀ ਮਿੱਠੀ ਹੈ, ਭਾਗਾਂ ਵਾਲੇ ਲਾਹਾ ਲੈਂਦੇ ਨੇ। ਅੰਮ੍ਰਿਤ ਵੇਲਾ ਤੇ ਗੁਰਾਂ ਦੀ ਬਾਣੀ ਮਿੱਠੀ ਹੈ, ਭਾਗਾਂ ਵਾਲੇ ਲਾਹਾ ਲੈਂਦੇ ਨੇ। ਅੰਮ੍ਰਿਤ ਦਾ ਵੇਲਾ, ਅੰਮ੍ਰਿਤ ਵੇਲਾ। ਸੋ ਭਾਗਾਂ ਵਾਲੇ ਜਿਹੜੇ ਜੀਵ ਹੁੰਦੇ ਹਨ, ਇਨਸਾਨ ਹੁੰਦੇ ਨੇ, ਪ੍ਰਭੂ ਦੀ ਬੰਦਗੀ ਕਰਦੇ ਹਨ, ਪ੍ਰਭੂ ਦੀ ਭਗਤੀ ਕਰਦੇ ਹਨ। ਸੋ ਸਾਰਿਆਂ ਨੂੰ ਬੇਨਤੀ ਕਰਿਆ ਕਰੋ, ਸਾਰਾ ਜੱਥਾ, ਇਲਾਕਾ ਨਿਵਾਸੀ, ਨਗਰਾਂ ਦੇ ਪਰਿਵਾਰ ਸਾਰੇ, ਜਿਨ੍ਹਾਂ ਨੂੰ ਤਪੋਵਨ ਵਿਖੇ ਸ਼ਰਧਾ ਹੈ ਭਾਈ, ਅੰਮ੍ਰਿਤ ਛਕਿਆ ਹੈ, ਗੁਰੂ ਵਾਲੇ ਬਣੇ ਹਨ। ਸੋ ਸਭ ਪਰਿਵਾਰਾਂ ਸਮੇਤ ਜੁੜਿਆ ਕਰੋ ਅੰਮ੍ਰਿਤ ਵੇਲੇ। ਕੋਈ ਵੱਡੀ ਗੱਲ ਨਹੀਂ ਹੈ। 5-5, 10-10 ਕਿਲੋਮੀਟਰ ਤੋਂ ਵੀ ਜੇ ਆ ਕੇ ਪਰਿਵਾਰਾਂ ਸਮੇਤ ਆਪਣੇ ਬੱਚਿਆਂ ਨੂੰ ਵੀ ਉਠਾਓ,
ਅਤੇ ਗੁਰੂ ਦੇ ਦਰਬਾਰ ਵਿੱਚ ਲੈ ਕੇ ਆਓ। ਅਤੇ ਗੁਰੂ ਦੇ ਪਿਆਰ ਦੇ ਵਿੱਚ, ਪਰਮਾਤਮਾ ਦੇ ਪਿਆਰ ਦੇ ਵਿੱਚ ਆ ਕੇ ਗੁਰੂ ਦੀ ਬਾਣੀ ਨੂੰ ਗਾਓ, ਗੁਰੂ ਦੀ ਬਾਣੀ ਨੂੰ ਪੜ੍ਹੋ ਅਤੇ ਸਿਮਰਨ ਕਰੋ ਸ਼ਰਧਾ ਦੇ ਨਾਲ। ਦੇਗਾਂ ਸਜਾਓ, ਲੰਗਰ ਸਜਾਓ, ਗੁਰੂ ਜੀ ਨੂੰ ਭੋਗ ਲਗਾਓ ਅਤੇ ਸੇਵਾ ਕਰੋ। ਇਸ ਤਰ੍ਹਾਂ ਜੀਵਨ ਦਾ ਲਾਹਾ ਅਸੀਂ ਲੈ ਸਕਦੇ ਹਾਂ, ਲਾਭ ਅਸੀਂ ਲੈ ਸਕਦੇ ਹਾਂ। ਬਹੁਤ ਸਾਰੇ ਗੁਰਮੁਖ ਮਾਈ ਭਾਈ ਜਿਹੜੇ ਹਨ ਲਾਭ ਲੈਂਦੇ ਹਨ। ਕਿੰਨੀ ਕਿੰਨੀ ਉਮਰ ਦੇ ਵਿੱਚ ਵੀ ਜਿਨ੍ਹਾਂ 'ਤੇ ਕਿਰਪਾ ਹੈ, ਉਹ ਜਿਹੜੇ ਹਨ ਮਾਈਆਂ ਬੀਬੀਆਂ ਸਿਆਣੀਆਂ ਜਿਹੜੀਆਂ ਹਨ, ਉਹ ਵੀ ਅੰਮ੍ਰਿਤ ਵੇਲੇ ਆਉਂਦੀਆਂ ਨੇ ਭਾਈ। ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੀ ਹਜ਼ੂਰੀ ਦੇ ਵਿੱਚ ਆ ਕੇ ਹਰੀ ਜਸ ਸਰਵਣ ਕਰਦੇ ਹਨ, ਸਿਮਰਨ ਕਰਦੇ ਹਨ। ਸੋ ਜਿਹੜੇ ਅਜੇ ਭੁੱਲੇ ਭਟਕੇ ਫਿਰਦੇ ਹਨ, ਸੋ ਨੇੜੇ ਤੇੜੇ ਦੇ ਨਗਰਾਂ ਵਾਲੇ, ਉਹਨਾਂ ਨੂੰ ਵੀ ਜੋੜਿਆ ਕਰੋ ਭਾਈ। ਕਥਾ ਅੰਮ੍ਰਿਤ ਵੇਲੇ ਗੁਰਬਾਣੀ ਦਾ ਕੀਰਤਨ ਹੁੰਦਾ, ਕਥਾ ਵੀ ਵਿਚਾਰ ਹੁੰਦੀ ਹੈ, ਸਿਮਰਨ ਹੁੰਦਾ, ਗੁਰੂ ਦਾ ਦਰਸ਼ਨ ਹੁੰਦਾ ਹੈ। ਤਪੋਵਨ ਦਾ ਜੋ ਹੈ ਇਹ ਨਜ਼ਾਰਾ, ਤਪੱਸਿਆ ਦਾ, ਤਪ ਦਾ, ਅੰਮ੍ਰਿਤ ਵੇਲੇ ਦਾ, ਸ਼ਾਂਤਤਾਈ ਦਾ। ਸੋ ਇਸ ਕਰਕੇ ਸੰਸਾਰ ਦੇ ਵਿੱਚ, ਦੁਨੀਆ ਦੇ ਵਿੱਚ ਇਲਾਕੇ ਵਾਲੇ ਸਾਰੇ ਹੀ ਲਾਭ ਪ੍ਰਾਪਤ ਕਰ ਸਕਦੇ ਹਨ। ਜਿਹੜੀਆਂ ਸੰਗਤਾਂ ਦੂਰ ਦੂਰ ਤੋਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ, 100-100 ਕਿਲੋਮੀਟਰ ਅਤੇ 200-200 ਕਿਲੋਮੀਟਰ ਤੋਂ, 400-400 ਕਿਲੋਮੀਟਰ ਤੋਂ, ਜੰਮੂ ਤੱਕ, ਕਸ਼ਮੀਰ ਤੱਕ, ਦਿੱਲੀ ਤੱਕ, ਫਰੀਦਾਬਾਦ ਤੱਕ, ਬਾਹਰਲੇ ਦੇਸ਼ਾਂ ਦੀ ਸੰਗਤ ਸ਼ਰਧਾ ਦੇ ਨਾਲ ਭਾਈ ਜੋ ਦੇਖ ਲੈਂਦਾ TV ਦੇ ਵਿੱਚ, ਉਹ ਆਉਂਦੇ ਹਨ। ਉਹ ਹਰ ਰੋਜ਼ ਨਹੀਂ ਆ ਸਕਦੇ। ਜਿਵੇਂ ਜੋ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਾਹਿਬ, ਅਸੀਂ ਹਰ ਰੋਜ਼ ਜਾ ਕੇ ਇਸ਼ਨਾਨ ਨਹੀਂ ਕਰ ਸਕਦੇ, ਪਰੰਤੂ ਜੋ ਅੰਮ੍ਰਿਤਸਰ ਦੇ ਵਾਸੀ ਹਨ ਉਹ ਇਸ਼ਨਾਨ ਵੀ ਕਰ ਸਕਦੇ ਨੇ, ਗੁਰੂ ਦਾ ਦਰਸ਼ਨ ਵੀ ਕਰ ਸਕਦੇ ਹਨ। ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੈ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਅੰਮ੍ਰਿਤ ਦਾ ਸਰ, ਅੰਮ੍ਰਿਤ ਦਾ ਸਰੋਵਰ। ਸੋ ਆਪਾਂ ਕਿਤੇ ਮਹੀਨੇ ਬਾਅਦ, ਕੋਈ ਸਾਲ 2-4 ਸਾਲ ਬਾਅਦ ਕਿਤੇ ਜਾਂਦੇ ਹਾਂ, ਹਜ਼ੂਰ ਸਾਹਿਬ, ਹੇਮਕੁੰਟ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ, ਪਰੰਤੂ ਹਰ ਰੋਜ਼ ਨਹੀਂ ਦਰਸ਼ਨ ਕਰ ਸਕਦੇ। ਜੋ ਉੱਥੇ ਰਹਿਣ ਵਾਲੇ ਨੇ ਉਹ ਦਰਸ਼ਨ ਕਰ ਸਕਦੇ ਨੇ। ਨਨਕਾਣਾ ਸਾਹਿਬ ਕਿਤੇ ਜ਼ਿੰਦਗੀ ਦੇ ਵਿੱਚ, ਕਿਤੇ ਜੋ ਹਨ ਪਾਕਿਸਤਾਨ ਤੋਂ ਬਾਹਰ ਵਸਦੇ ਸਿੱਖ, ਕਿਤੇ ਜ਼ਿੰਦਗੀ ਦੇ ਵਿੱਚ ਕਿਤੇ ਦਰਸ਼ਨ ਪ੍ਰਾਪਤ ਹੁੰਦਾ ਹੈ। ਸੋ ਪਰੰਤੂ ਜਿਹੜੇ ਜੇ ਮਨ ਵਿੱਚ ਸ਼ਰਧਾ ਹੋਵੇ, ਹੁਣ ਬਹੁਤ ਸਾਰੇ ਲੋਕ ਕਿਸ ਤਰ੍ਹਾਂ ਦੇ ਹੋਣਗੇ, ਅੰਮ੍ਰਿਤਸਰ ਸਿਫਤੀ ਦਾ ਘਰ, ਉੱਥੇ ਜਿਹੜੇ ਹਨ ਕਿਤੇ ਜਾ ਕੇ ਉਹਨਾਂ ਨੇ ਇਸ਼ਨਾਨ ਹੀ ਨਹੀਂ ਕੀਤਾ ਹੋਣਾ, ਜਾ ਕੇ ਕਿਤੇ ਜਾ ਕੇ ਦਰਸ਼ਨ ਹੀ ਨਹੀਂ ਕਰਦੇ ਹੋਣਗੇ। ਬਹੁਤੇ ਤਾਂ ਮਾਸ ਸ਼ਰਾਬਾਂ ਦੀਆਂ, ਆਂਡੇ ਮੀਟ ਦੀਆਂ ਦੁਕਾਨਾਂ ਹੀ ਕਰਦੇ ਹੋਣਗੇ ਲੋਕ। ਸੋ ਜਿਵੇਂ ਗੰਗਾ ਦੇ ਕਿਨਾਰੇ ਕੋਈ ਬੰਦਾ ਬੈਠਾ ਹੈ, ਇੱਕ ਸਾਧੂਆਂ ਦੀ ਮੰਡਲੀ ਜਾ ਰਹੀ ਹੈ, ਚਲੋ ਬਈ ਗੰਗਾ ਇਸ਼ਨਾਨ ਕਰਦੇ ਹਾਂ। ਰਸਤੇ ਵਿੱਚ ਉਸ ਨੂੰ ਪੁੱਛਿਆ, ਭਾਈ ਤੂੰ ਤਾਂ ਰੋਜ਼ ਹੀ ਇਸ਼ਨਾਨ ਕਰ ਲੈਂਦਾ ਹੋਊਗਾ, ਕਿਉਂਕਿ ਤੂੰ ਰਹਿੰਦਾ ਹੀ ਗੰਗਾ ਦੇ ਕਿਨਾਰੇ 'ਤੇ, ਤੂੰ ਤਾਂ ਰੋਜ਼ ਹੀ ਇਸ਼ਨਾਨ। ਕਹਿੰਦਾ ਮੈਂ ਤਾਂ ਇਸ ਨਦੀ 'ਚ ਕਦੇ ਵੜਿਆ ਹੀ ਨਹੀਂ, ਮੈਂ ਨਹੀਂ ਦੇਖਿਆ ਕਦੇ ਇਸ ਨਦੀ 'ਚ ਵੜ ਕੇ। ਸੋ ਇਸ ਤਰ੍ਹਾਂ ਜਿਹੜੇ ਭਾਈ ਜਿਨ੍ਹਾਂ ਦੇ ਅੰਦਰ ਸ਼ਰਧਾ ਨਹੀਂ, ਮਾੜੇ ਭਾਗ ਨੇ, ਉਹ ਨਹੀਂ ਪ੍ਰਾਪਤ ਕਰ ਸਕਦੇ। ਸੋ ਬਹੁਤਿਆਂ ਦੀ ਮਜਬੂਰੀ ਹੁੰਦੀ ਆ ਭਾਈ, ਕਿਤੇ ਦਰਸ਼ਨ ਮੇਲਾ ਹੁੰਦਾ ਹੈ, ਬਹੁਤੇ ਪ੍ਰੇਮੀ ਕਿਵੇਂ ਜਾਣ ਨੂੰ ਜੀਅ ਨਹੀਂ ਕਰਦਾ ਹੈ, ਪਰੰਤੂ ਹੁਣ ਗ੍ਰਸਤ ਦੇ ਜਾਂ ਹੋਰ ਇੰਨੇ ਜੰਜਾਲ ਨੇ, ਉਹ ਨਹੀਂ ਉਹ ਕਰ ਸਕਦੇ। ਸੋ ਇਸ ਕਰਕੇ ਇਲਾਕਾ ਨਿਵਾਸੀ, ਹੋਰ ਜਿੰਨੇ ਨਗਰ ਨਿਵਾਸੀ ਨੇੜੇ ਨੇੜੇ ਦੇ ਸਭ ਭਾਗਾਂ ਵਾਲੇ ਹਨ, ਤਪੋਵਨ ਆ ਕੇ ਤੁਸੀਂ ਆਪਣੀਆਂ ਸੇਵਾ ਸਿਮਰਨ ਦੀਆਂ ਹਾਜ਼ਰੀਆਂ ਲਾ ਸਕਦੇ ਹਾਂ, ਕਥਾ ਕੀਰਤਨ ਦਾ ਲਾਭ ਉਠਾ ਸਕਦੇ ਹਾਂ, ਸਿਮਰਨ ਦਾ ਆਨੰਦ ਮਾਣ ਸਕਦੇ ਹਾਂ। ਸੋ ਇਸ ਤਰ੍ਹਾਂ ਜਿਵੇਂ ਬਹੁਤ ਸਾਰੀਆਂ ਮੱਖੀਆਂ ਇਕੱਠੀਆਂ ਹੋ ਕੇ ਸ਼ਹਿਦ ਦਾ ਇੱਕ ਛੱਤਾ ਤਿਆਰ ਕਰ ਲੈਂਦੀਆਂ ਹਨ, ਸੰਗਤਾਂ ਇਸੇ ਤਰ੍ਹਾਂ ਮਿਲ ਕੇ ਗੁਰਬਾਣੀ ਦਾ ਕੀਰਤਨ, ਰਸ, ਕਥਾ, ਵਿਚਾਰ, ਇੱਕ ਬ੍ਰਹਮ ਗਿਆਨ ਦਾ, ਅੰਮ੍ਰਿਤ ਦਾ ਇੱਕ ਰਸ ਪੈਦਾ ਕਰ ਲੈਂਦੀਆਂ ਹਨ। ਇੱਕ ਸਿੱਖ ਦੋਇ ਸਾਧ ਸੰਗ ਪੰਜੀ ਪਰਮੇਸ਼ਰ। ਸੋ ਇਸ ਕਰਕੇ ਪਰਿਵਾਰਾਂ ਸਮੇਤ ਇਕੱਤਰ ਹੋ ਕੇ ਜੀਵਨ ਤੋਂ ਲਾਭ ਉਠਾਉਣਾ ਚਾਹੀਦਾ। ਇਹ ਨਹੀਂ ਕਿ ਅੰਮ੍ਰਿਤ ਛਕ ਲਿਆ, ਮੁੜ ਕੇ ਬਸ ਕੋਈ ਨਿਤਨੇਮ ਨਹੀਂ, ਕੋਈ ਸੇਵਾ ਨਹੀਂ, ਕੋਈ ਸਿਮਰਨ ਨਹੀਂ। ਇਹ ਅੰਮ੍ਰਿਤ ਕਾਹਦਾ ਛਕਿਆ? ਕੋਈ
ਨਿਤਨੇਮ ਹੀ ਨਹੀਂ ਹੈ, ਕੋਈ ਅੰਮ੍ਰਿਤ ਵੇਲਾ ਨਹੀਂ ਹੈ। ਸੋ ਬਹੁਤ ਲੋਕ ਨੇ ਇਸ ਤਰ੍ਹਾਂ। ਸੋ ਇਸ ਕਰਕੇ ਜਿੰਨੇ ਵੀ ਤਪੋਵਨ ਦੇ ਨੇੜੇ ਤੇੜੇ ਦੇ ਦੂਰ ਤੱਕ ਜਿੰਨੀ ਹਨ ਸੰਗਤਾਂ ਹਨ, ਸਾਰਿਆਂ ਨੂੰ ਪ੍ਰੇਰਨਾ ਕਰਿਆ ਕਰੋ, ਆਓ ਭਾਈ ਸੁਣਿਆ ਕਰੋ, ਕਥਾ ਵਿਚਾਰ ਸੁਣਿਆ ਕਰੋ, ਦਰਸ਼ਨ ਕਰਿਆ ਕਰੋ, ਸਿਮਰਨ ਵਿੱਚ ਜੁੜਿਆ ਕਰੋ, ਬੰਦਗੀ ਭਗਤੀ ਵਿੱਚ ਜੁੜਿਆ ਕਰੋ। ਅਸੀਂ ਇੱਥੇ ਲੰਮੇ ਸਮੇਂ ਤੋਂ ਆਏ, ਵਾਹਿਗੁਰੂ ਜੀਆਂ ਦੀ ਆਗਿਆ, ਵਾਹਿਗੁਰੂ ਜੀਆਂ ਦੀ ਕਿਰਪਾ, ਜੋ ਵੀ ਉਹਨਾਂ ਨੇ ਸੇਵਾ ਸਿਮਰਨ ਭਜਨ ਕਰਵਾਇਆ, ਪਰੰਤੂ ਹੁਣ ਸਭ ਸੰਗਤਾਂ ਹੀ ਭਜਨ ਕਰ ਸਕਦੇ ਹਾਂ। ਤੁਹਾਨੂੰ ਸਾਰੇ ਤੁਸੀਂ ਇਸ ਤਪ ਭੂਮੀ 'ਤੇ ਆ ਕੇ ਸਿਮਰਨ ਕਰ ਸਕਦੇ ਹਾਂ, ਤਪ ਕਰ ਸਕਦੇ ਹਾਂ, ਸੇਵਾ ਰੂਪੀ ਗੁਰਬਾਣੀ ਰੂਪੀ ਭਜਨ ਕੀਰਤਨ ਰੂਪੀ ਤਪ ਕਰ ਸਕਦੇ ਹੋ, ਸਿਮਰਨ ਕਰ ਸਕਦੇ ਹੋ, ਬਾਣੀਆਂ ਦੇ ਜਾਪ ਸਿੱਖ ਸਕਦੇ ਹੋ, ਕੀਰਤਨ ਕਰ ਸਕਦੇ ਹੋ, ਸੁਣ ਸਕਦੇ ਹੋ। ਇਸ ਕਰਕੇ ਲਾਭ ਲੈਣਾ ਚਾਹੀਦਾ। ਸਭ ਸੰਗਤਾਂ ਨੂੰ ਸੈਂਕੜਿਆਂ ਦੀ ਗਿਣਤੀ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦਾਸਾਂ ਨੂੰ ਵੀ ਇਸ ਚੀਜ਼ ਦੀ ਖੁਸ਼ੀ ਹੋਵੇਗੀ ਜੀ। ਸਭ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਪ੍ਰਭੂ ਦੀ ਯਾਦ ਦੇ ਵਿੱਚ ਮੂਲ ਮੰਤਰ ਗੁਰਮੰਤਰ ਸਿਮਰਨ ਬਾਣੀ ਦੇ ਵਿੱਚ ਲੀਨ ਹੋਣਗੇ, ਆਪਣੇ ਜੀਵਨ ਦਾ ਲਾਭ ਲੈਣਗੇ। ਸਭ ਨਾਲੋਂ ਵੱਡੀ ਇਹ ਕਿਰਪਾ ਹੈ, ਸਭ ਨਾਲੋਂ ਵੱਡੀ ਬਖਸ਼ਿਸ਼ ਹੈ ਭਾਈ ਕਲਯੁਗ ਦੇ ਸਮੇਂ ਦੇ ਵਿੱਚ। ਅਬ ਕਲੂ ਆਇਓ ਰੇ ਇੱਕ ਨਾਮ ਵੋ ਆਨ ਰੁੱਤ ਨਾਹੀ ਮਤ ਪਰਮ ਭੂਲੋ ਭੂਲੋ। ਸਿਮਰਨ ਦੇ ਪ੍ਰੋਗਰਾਮ, ਕੀਰਤਨ ਦੇ, ਬਾਣੀ ਦੇ ਨਰੋਲ ਇਹ ਅੱਜ ਕੱਲ੍ਹ ਤਾਂ ਜ਼ਿਆਦਾ ਜਿਹੜਾ ਹੈ ਲੋਕਾਂ ਜਿਹੜੇ ਹਨ ਭਾਈ ਆਪਣਾ ਫਾਰਮੈਲਿਟੀਆਂ ਜ਼ਿਆਦਾ ਹੋ ਰਹੀਆਂ ਹਨ। ਸੋ ਇਸ ਕਰਕੇ ਜੇ ਸ਼ਰਧਾ ਪਿਆਰ ਦੇ ਨਾਲ ਜੁੜੀਏ, ਜੀਵਨ ਦੇ ਲਾਭ ਵਾਸਤੇ ਜੁੜੀਏ, ਫਿਰ ਸਾਡਾ ਭਲਾ ਹੋ ਸਕਦਾ, ਸਾਡੇ ਪਰਿਵਾਰਾਂ ਦਾ ਭਲਾ ਹੋ ਸਕਦਾ। ਅਸੀਂ ਇਸ ਮਨੁੱਖਾ ਜਨਮ ਦੇ ਵਿੱਚ ਜੋ ਸਾਨੂੰ ਪਤਾ ਨਹੀਂ ਕਿੰਨੇ ਲੰਮੇ ਸਮੇਂ ਬਾਅਦ ਮਿਲਿਆ, ਇਸ ਨੂੰ ਸਫਲਾ ਕਰ ਸਕਦੇ ਹਾਂ, ਮੁਕਤੀ ਪ੍ਰਾਪਤ ਕਰ ਸਕਦੇ ਹਾਂ, ਪਰਮਾਤਮਾ ਦੀਆਂ ਗੁਰੂ ਨਾਨਕ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ, ਅਕਾਲ ਪੁਰਖ ਦੀਆਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ। ਸੋ ਇਸ ਕਰਕੇ ਸਭ ਸੰਗਤਾਂ ਕੋਸ਼ਿਸ਼ ਕਰਿਆ ਕਰੋ ਕਿ ਆ ਅੰਮ੍ਰਿਤ ਵੇਲੇ ਤੋਂ ਹੀ ਦਿਨੇ ਕਾਰ ਵਿਹਾਰ ਕਰਨੇ ਹੁੰਦੇ ਹਨ, ਕਰਨੇ ਪੈਂਦੇ ਹਨ, ਪਰੰਤੂ ਅੰਮ੍ਰਿਤ ਵੇਲੇ ਚਲੋ ਜਿੰਨਾ ਵੀ ਸਮਾਂ ਮਿਲਦਾ ਹੈ, ਕੋਈ ਅੱਧਾ ਘੰਟਾ ਲਗਾ ਗਿਆ, ਕੋਈ ਘੰਟਾ ਲਗਾ ਗਿਆ, ਕੋਈ ਜ਼ਿਆਦਾ ਕਿਸੇ ਦੀ ਮਜਬੂਰੀ ਹੈ। ਸੋ ਸਿਮਰਨ ਹੁੰਦਾ, ਕੀਰਤਨ ਹੁੰਦਾ, ਵਿਚਾਰ ਹੁੰਦੀ ਹੈ, ਉਸ ਤੋਂ ਲਾਭ ਉਠਾਓ। ਨੇਮ ਹੀ ਬਣਾ ਲਓ ਪੱਕੇ, ਸਾਰੇ ਨੇਮ ਬਣਾ ਲੈਣ ਵੀ ਇਹ ਕਰਨਾ ਹੀ ਕਰਨਾ ਹੈ। ਨੇਮ ਹੁੰਦਾ ਹੀ ਉਹ ਹੈ ਜੋ ਕਰਨਾ ਹੀ ਹੁੰਦਾ ਹੈ, ਜੋ ਨੇਮ ਨਿਭਾਉਣਾ ਹੁੰਦਾ ਹੈ। ਇਸ ਤਰ੍ਹਾਂ ਨੇਮ ਬਣਾ ਲਓਗੇ ਤਾਂ ਤਪੋਵਨ ਦੇ ਵਿੱਚ ਗੁਰਾਂ ਦਾ ਦਰਸ਼ਨ, ਗੁਰਾਂ ਦਾ ਸਤਿਕਾਰ, ਗੁਰਾਂ ਦੀ ਸੇਵਾ, ਨਾਮ ਬਾਣੀ ਦਾ ਕੁੰਭ, ਅਤੇ ਫਿਰ ਕਿੰਨੇ ਲੋਕਾਂ ਦਾ ਭਾਈ ਭਲਾ ਹੋਵੇਗਾ। ਕਲਯੁਗ ਦੇ ਵਿੱਚ ਇਹੀ ਸਹਾਰਾ ਹੈ, ਇੱਕੋ ਹੀ ਚੀਜ਼ ਹੈ। ਨਹੀਂ ਤਾਂ ਦੁਨੀਆ ਹੋਰ ਐਵੇਂ ਕਰਮਾਂ ਦੇ ਵਿੱਚ, ਝੂਠਿਆਂ ਦੇ ਵਿੱਚ ਹੀ ਫਸੀਆਂ ਹੋਈਆਂ ਹਨ। ਲੋਕ ਕੂਰ ਕਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਪ੍ਰਭੂ ਦਾ ਭੇਦ ਹੀ ਨਹੀਂ ਕਿਸੇ ਨੇ ਪਾਇਆ ਹੈ। ਕੂਰ ਦੀਆਂ ਹੀ ਜਿਹੜੀਆਂ ਕਿਰਿਆਵਾਂ ਦੇ ਵਿੱਚ ਉਲਝੇ ਹੋਏ ਹਨ, ਭਗਤੀ ਨਹੀਂ ਕਰਦੇ, ਸਿਮਰਨ ਨਹੀਂ ਕਰਦੇ, ਨਾਮ ਨਹੀਂ ਜਪਦੇ, ਪਰਮਾਤਮਾ ਦੇ ਪਿਆਰ ਵਿੱਚ ਨਹੀਂ ਆਉਂਦੇ। ਸੋ ਇਸ ਕਰਕੇ ਅਸੀਂ ਵੀ ਬਹੁਤ ਸਾਰੇ ਜ਼ਿਆਦਾ ਅਸੀਂ ਦਿਖਾਵੇ ਦੇ ਹੀ ਸਿੱਖ ਬਣ ਗਏ ਹਾਂ, ਦਿਖਾਵੇ ਦੇ ਹੀ ਸਾਧੂ ਬਣ ਗਏ ਹਾਂ, ਦਿਖਾਵੇ ਦੇ ਹੀ ਗੁਰਮੁਖ ਬਣ ਗਏ ਹਾਂ। ਜੀਵਨ ਦੇ ਵਿੱਚ ਗੁਰਮੁਖਤਾ ਹੀ ਰਹੀ ਹੀ ਨਹੀਂ ਹੈ, ਸਾਧੂਪਣ ਰਿਹਾ ਹੀ ਨਹੀਂ ਹੈ, ਸਿੱਖਪੁਣਾ ਰਿਹਾ ਹੀ ਨਹੀਂ ਹੈ। ਬਹੁਤ ਜ਼ਿਆਦਾ ਫਰਕ ਪੈ ਗਿਆ ਹੈ। ਪਰੰਤੂ ਬਹੁਤ ਪਰਿਵਾਰ ਇਹੋ ਜਿਹੇ ਹਨ, ਗੁਰਮੁਖ ਗੁਰਸਿੱਖ ਹਨ, ਜਿਹੜੇ ਜੀਵਨ ਤੋਂ ਲਾਭ ਉਠਾਉਂਦੇ ਨੇ, ਕੀਰਤਨ ਰਤ, ਬਾਣੀ ਰਤ, ਨਾਮ ਰਤ ਰਹਿੰਦੇ ਹਨ। ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ ਉਹੀ ਸੂਰਮਾ ਹੈ। ਸੋ ਇਸ ਕਰਕੇ ਨੇਮ ਬਣਾਓ, ਪ੍ਰੇਮ ਬਣਾਓ, ਸਿਆਣੇ ਸ਼ੁਰੂ ਕਰਨ ਪੈਣ, ਸਿਆਣੇ ਸ਼ੁਰੂ ਕਰਨ, ਬਜ਼ੁਰਗ ਸ਼ੁਰੂ ਕਰਨ, ਫਿਰ ਨੌਜਵਾਨ ਵੀ ਲੱਗਣ, ਫਿਰ ਬੱਚੇ ਵੀ ਲੱਗਣ, ਆਪਣਾ ਵੀ ਭਲਾ ਹੋਵੇਗਾ। ਕਿਉਂਕਿ ਸੰਗਤ ਨਾਲ ਮਿਲ ਕੇ ਨਾਮ ਜਪਣਾ ਸੌਖਾ ਹੋ ਜਾਂਦਾ ਹੈ, ਮਨ 'ਤੇ ਕਾਬੂ ਪਾਉਣਾ ਸੌਖਾ ਹੋ ਜਾਂਦਾ ਹੈ। ਮਨ ਬੜਾ ਬੇਈਮਾਨ ਹੈ ਭਾਈ, ਅਤੇ ਸੰਗਤ ਵਿੱਚ ਆ ਕੇ ਜਿਹੜੀ ਹੈ ਕਿਰਪਾ ਹੋ ਜਾਂਦੀ ਹੈ। ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ, ਪੰਜਾਂ ਦੇ ਵਿੱਚ ਤਾਂ ਪਰਮਾਤਮਾ ਹੀ ਵਸਦਾ ਹੈ। ਸੋ ਇਸ ਕਰਕੇ ਇਸ ਤਰ੍ਹਾਂ ਦੇ ਜੇ ਅਸੀਂ ਨੇਮ ਬਣਾ ਕੇ, ਮਰਿਆਦਾ ਬਣਾ ਕੇ ਅਤੇ ਚੱਲਾਂਗੇ, ਇਹ ਰੀਤੀਆਂ ਬਣਾ ਕੇ ਚੱਲਾਂਗੇ, ਅਸੀਂ ਇਸ ਤਰ੍ਹਾਂ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਹੈ, ਸ਼ਾਮਾਂ ਦੇ ਟਾਈਮ ਦੀ ਵੀ ਸੰਭਾਲ ਕਰਨੀ। 2 ਟਾਈਮ ਦਾ ਨੇਮ ਗੁਰਾਂ ਨੇ ਬਤਾਇਆ ਹੈ,
ਕਿ ਅੰਮ੍ਰਿਤ ਵੇਲੇ ਦੀ ਸੰਭਾਲ ਕਰੋ, ਕੀਰਤਨ ਕਰੋ, ਸੁਣੋ ਅੰਮ੍ਰਿਤ ਵੇਲੇ ਦੀ ਸੰਭਾਲ ਕਰੋ। ਅਤੇ ਅੰਮ੍ਰਿਤ ਵੇਲੇ ਆਸਾ ਦੀ ਵਾਰ, ਕੀਰਤਨ ਅੰਮ੍ਰਿਤ ਵੇਲੇ ਦੇ ਜੋ ਦੀਵਾਨ ਦਰਬਾਰ ਸਜਦੇ ਆਏ ਨੇ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਲੈ ਕੇ, ਜੰਗਲਾਂ ਦੇ ਵਿੱਚ ਵੀ ਹੁੰਦੇ ਗੁਰੂ ਨਾਨਕ ਪਾਤਸ਼ਾਹ, ਉੱਥੇ ਹੀ ਭਾਈ ਮਰਦਾਨਾ ਰਬਾਬ ਛੇੜੋ, ਤਾਂ ਉੱਥੇ ਕੀਰਤਨ ਸ਼ੁਰੂ ਹੋ ਜਾਂਦਾ। ਕੌਣ ਹੁੰਦਾ ਸੀ ਨਾਲ? ਭਾਈ ਵਾਲਾ, ਭਾਈ ਮਰਦਾਨੇ, ਤਿੰਨੇ ਹੀ ਹੁੰਦੇ ਸੀ। ਕਿਤੇ ਵੀ ਜੰਗਲ 'ਚ ਬੈਠੇ ਹੈ, ਉੱਥੇ ਹੀ ਆਪਣਾ ਕੀਰਤਨ ਆਰੰਭ ਹੋ ਜਾਂਦਾ ਹੈ। ਸੁਰਤੀ ਪਰਮਾਤਮਾ ਨਾਲ ਆਤਮਾ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ। ਕਿਤੇ ਸੈਂਕੜੇ ਸੰਗਤਾਂ ਹੋ ਜਾਂਦੀਆਂ ਨੇ, ਹਜ਼ਾਰਾਂ ਹੋ ਜਾਂਦੀਆਂ ਨੇ, ਕਿਤੇ ਤਿੰਨੇ ਹੀ ਬੈਠੇ ਹੁੰਦੇ ਹਨ। ਫਿਰ ਸ਼ਾਮ ਨੂੰ ਬਈ ਸੋਦਰ ਲੱਗਦੀ ਆਈ ਹੈ। ਦੂਜੇ ਪਾਤਸ਼ਾਹ, ਤੀਜੇ ਪਾਤਸ਼ਾਹ, ਸਾਰੇ ਸਤਿਗੁਰਾਂ ਨੇ 6ਵੇਂ ਤੱਕ 10ਵੇਂ ਤੱਕ ਇਸ ਤਰ੍ਹਾਂ ਜਿਹੜੇ ਹਨ। ਫਿਰ ਦੋਹੇ ਟਾਈਮ ਦਾ ਕਿ ਵੀ ਸਿੱਖ ਦਿਨੇ ਕਾਰ ਵਿਹਾਰ ਕਰਦਾ ਹੈ, ਸ਼ਾਮ ਦੇ ਟਾਈਮ ਸੋਦਰ ਪੜ੍ਹੇ ਸੁਣੇਗਾ, ਆਰਤੀ ਗਾਵੇਗਾ, ਤਾਂ ਉਸਦੀ ਸਾਰੀ ਮਨ ਦੀ ਮੈਲ ਜਿਹੜੀ ਆ ਦੂਰ ਹੋ ਜਾਏਗੀ, ਮਨ ਨੂੰ ਸ਼ਾਂਤੀ ਆ ਜਾਏਗੀ। ਧੰਦੇ ਧੰਦਾਰਾਂ ਦੇ ਵਿੱਚ ਸੁਰਤੀ ਬਿਰਤੀ ਖਿੰਡ ਖਪਰ ਜਾਂਦੀ ਹੈ, ਟੁੱਟ ਵੀ ਸਕਦੀ ਹੈ। ਫਿਰ ਸਾਰੀ ਮੈਲ ਉਤਰ ਜਾਵੇਗੀ, ਸਾਰੀ ਜ਼ਹਿਰ ਉਤਰ ਜਾਵੇਗੀ, ਅਤੇ ਬਾਣੀ ਜਿਹੜੀ ਹੈ ਫਿਰ ਉਸ ਆਤਮਾ ਨੂੰ ਪਰਮਾਤਮਾ ਦੇ ਨਾਲ ਜੋੜ ਦੇਵੇਗੀ। ਸੋ ਦਰ ਐਸੀ ਤਰ੍ਹਾਂ ਅੰਮ੍ਰਿਤ ਵੇਲੇ ਤੋਂ ਹੀ, ਸੋ ਇਹ ਅੰਮ੍ਰਿਤ ਵੇਲੇ ਦਾ ਅਤੇ ਸ਼ਾਮਾਂ ਦਾ ਫਿਰ ਦੋਵੇਂ ਟਾਈਮ ਦਾ ਨੇਮ ਗੁਰਾਂ ਨੇ ਇਸ ਕਰਕੇ ਬਤਾਇਆ ਹੈ ਭਾਈ। ਸੋ ਇਸ ਕਰਕੇ ਭਾਗਾਂ ਵਾਲੇ ਹਨ ਜਿਹੜੇ ਲਾਭ ਲੈਂਦੇ ਹਨ। ਇਹ ਹਿੰਮਤ ਕਰੋ ਸਾਰੇ ਕਿ ਸਾਰੇ ਪਰਿਵਾਰ ਜਿਹੜੇ ਹਨ, ਪਰਿਵਾਰਾਂ ਦੇ ਵਿੱਚ ਹੀ ਆਵੇ ਕਿ ਕੀਰਤਨ ਕਰਨ, ਸੁਣ, ਸਿਮਰਨ ਦੇ ਐ ਜੱਥੇ ਸਾਰੇ ਪਰਿਵਾਰ ਭਲਾ ਹੋਵੇਗਾ। ਕਲਯੁਗ ਦੇ ਵਿੱਚ ਇਸ ਢੰਗ ਤਰੀਕੇ ਦੇ ਨਾਲ ਹੀ ਭਲਾ ਹੋ ਸਕਦਾ ਹੈ। ਸੋ ਭਾਗਾਂ ਵਾਲੇ ਲਾਭ ਲੈਂਦੇ ਹਨ। ਜਿਨ੍ਹਾਂ ਦੇ ਮਾੜੇ ਭਾਗ ਨੇ ਭਾਈ, ਉਹਨਾਂ ਨੇ ਤਾਂ ਲਾਭ ਲੈਣਾ ਨਹੀਂ ਹੁੰਦਾ। ਉਹਨਾਂ ਨੇ ਤਾਂ ਬਸ ਜਾਂ ਤਾਂ ਧੰਦਾ ਕਰਦਿਆਂ ਨਿਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ। ਧੰਦਿਆਂ ਦੇ ਵਿੱਚ ਬਸ ਫਸੇ ਰਹਿ ਗਏ ਹੋ, ਉਹਨਾਂ ਨੇ ਆਪਣਾ ਇਹ ਅਮੋਲਕ ਜਨਮ ਗਵਾ ਲਿਆ ਹੈ। ਧੰਦਾ ਕਰਦਿਆਂ ਨਿਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ। ਸੁੱਖਾਂ ਦਾ ਦਾਤਾ ਪ੍ਰਭੂ ਮਨ ਵਿੱਚ ਵਸਾਇਆ ਹੀ ਨਹੀਂ, ਜਾਂ ਜ਼ਿੰਦਗੀ ਪਰ ਨਿੰਦਿਆ ਦੇ ਵਿੱਚ ਕੱਢ ਦਿੱਤੀ ਹੈ, ਗੁਰੂ ਘਰ ਦੇ ਵਿਰੋਧ ਵਿੱਚ ਕੱਢ ਦਿੱਤੀ ਹੈ। ਸਾਧੂਆਂ ਦੀ ਨਿੰਦਿਆ ਕਰਕੇ ਹੀ ਜਿਹੜੀ ਹੈ, ਨੇੜੇ ਰਹਿ ਕੇ ਵੀ ਜਿਹੜੇ ਹੈ ਨੇੜੇ ਆਉਂਦੇ ਲੋਕ, ਕੋਈ ਵੀ ਸਾਧੂ ਸੰਤ ਮਹਾਤਮਾ ਕਿਤੇ ਵੀ ਹੋਏ, ਇਸ ਇਲਾਕੇ 'ਚ ਹੋਏ, ਨਿੰਦਕਾਂ ਨੇ ਨਿੰਦਿਆ ਹੀ ਕੀਤੀ ਹੈ ਭਾਈ। ਉਹਨਾਂ ਨੇ ਕੋਈ ਸੇਵਾ ਸਿਮਰਨ ਨਹੀਂ ਕੀਤਾ। ਸੋ ਉਹਨਾਂ ਦਾ ਜੀਵਨ ਇਸ ਤਰ੍ਹਾਂ ਦਾ ਹੁੰਦਾ ਹੈ। ਇਹ ਵੀ ਬਾਣੀ ਵਿੱਚ ਦੱਸਿਆ ਹੈ ਕਿ ਭਾਈ ਨਿੰਦਕਾਂ ਦੀ ਹਾਲਤ ਕੀ ਹੁੰਦੀ ਹੈ, ਮਨਮੁੱਖਾਂ ਦੀ ਹਾਲਤ ਕੀ ਹੁੰਦੀ ਹੈ। ਜਿਹੜਾ ਬੰਦਾ ਸਿਰਫ ਧੰਦਿਆਂ ਦੇ ਵਿੱਚ ਹੀ ਰਹਿ ਗਿਆ, ਕਦੇ ਕੋਈ ਸਿਮਰਨ ਨਹੀਂ, ਕੋਈ ਨੇਮ ਨਹੀਂ, ਪ੍ਰੇਮ ਨਹੀਂ, ਬਾਣੀ ਨਹੀਂ, ਉਹਨਾਂ ਨੇ ਵੀ ਆਪਣਾ ਜਨਮ ਨਿਫਲ ਹੀ ਗਵਾ ਲਿਆ। ਭਾਗਾਂ ਵਾਲੇ ਕੌਣ ਨੇ? ਗੁਰਮੁਖ ਲੋਕ, ਸਤਸੰਗੀ ਲੋਕ, ਜਿਨ੍ਹਾਂ ਨੂੰ ਸ਼ਰਧਾ ਹੈ, ਪਿਆਰ ਹੈ। ਅਤੇ ਜ਼ਿੰਦਗੀ ਵਿੱਚ ਦੁੱਖ ਸੁੱਖ ਤਾਂ ਹੁੰਦਾ ਹੈ, ਵਾਧੇ ਘਾਟੇ ਵੀ ਹੁੰਦੇ ਨੇ, ਲਾਭ ਹਾਨ ਵੀ ਹੁੰਦੇ ਨੇ। ਇਹ ਤਾਂ ਚੱਲਦਾ, ਦੁਨੀਆ 'ਤੇ ਆਏ ਹਾਂ ਅਸੀਂ, ਅਤੇ ਭਾਵੇਂ ਐਸਾ ਕੋ ਨਾ ਜਨਮਿਓ ਜਗ ਮਾਹੀ, ਤਨ ਧਾਰ ਕੇ ਜੋ ਦੁੱਖ ਪਾਵਤ ਨਾਹੀ। ਇਹੋ ਜਿਹਾ ਦੁਨੀਆ 'ਤੇ ਕੋਈ ਪੈਦਾ ਨਹੀਂ ਹੋਇਆ ਜਿਸ ਨੇ ਸਰੀਰ ਧਾਰਨ ਕਰਕੇ ਦੁੱਖ ਨਾ ਪਾਇਆ ਹੋਵੇ। ਭਾਵੇਂ ਉਹ ਸਤਿਯੁਗ ਦੇ ਅਵਤਾਰ ਵੀ ਕਿਉਂ ਨਾ ਹੋਣ, ਤ੍ਰੇਤੇ ਯੁੱਗ ਦੇ ਅਵਤਾਰ ਰਾਮਚੰਦਰ ਜੀ ਕਿਉਂ ਨਾ ਹੋਣ, ਭਾਵੇਂ ਭਗਵਾਨ ਕ੍ਰਿਸ਼ਨ ਜੀ ਦੁਆਪਰ ਯੁੱਗ ਦੇ ਅਵਤਾਰ ਹੋਣ, ਹੋਰ ਕਿੰਨੇ ਵੀ ਲੋਕ ਹੋਏ। ਸਤਿਗੁਰਾਂ ਨੇ ਵੀ ਖੁਦ ਕਿੰਨੀਆਂ ਔਕੜਾਂ ਝੱਲੀਆਂ, ਕਿੰਨੀਆਂ ਤਕਲੀਫਾਂ ਝੱਲੀਆਂ। ਸਾਧੂ ਸੰਤਾਂ ਲੋਕਾਂ ਨੇ ਕਿੰਨੀਆਂ ਤਕਲੀਫਾਂ ਝੱਲੀਆਂ। ਇਹ ਦੁੱਖ ਸੁੱਖ ਬਣਿਆ ਹੈ, ਸਰੀਰ ਦਾ ਭੋਗ ਹੈ। ਸੁੱਖ ਦੁੱਖ ਦੋਇ ਦਰ ਕੱਪੜੇ ਪਹਿਰਾ ਜਾਏ ਮਨੁੱਖ। ਇਹ ਮਨੁੱਖ ਨੇ ਜਿਹੜੇ ਹਨ ਪਾ ਕੇ ਦੁੱਖ ਅਤੇ ਸੁੱਖ ਦੇ ਕੱਪੜੇ ਪਾ ਕੇ ਇਹ ਆਤਮਾ ਸੰਸਾਰ ਦੇ ਵਿੱਚ ਆਉਂਦੀ ਹੈ, ਅਤੇ ਕਰਮਾਂ ਦੇ ਹਿਸਾਬ ਦੇ ਨਾਲ ਜਿਹੜਾ ਹੈ ਸੋ ਉਹ ਬਣਿਆ ਹੋਇਆ ਹੈ, ਉਹ ਚੱਲਦਾ ਰਹਿਣਾ ਹੁੰਦਾ। ਲਾਭ ਹਾਨ, ਵਾਧਾ ਘਾਟਾ, ਮਾੜਾ ਮੋਟਾ ਜਿਹੜਾ ਹੈ ਇਹ ਹੁੰਦਾ ਹੈ ਭਾਈ। ਪਰੰਤੂ ਆਪਣਾ ਨੇਮ, ਆਪਣਾ ਪ੍ਰੇਮ, ਭਜਨ ਪਾਠ ਇਹ ਚੱਲਦਾ ਰਹਿਣਾ ਚਾਹੀਦਾ ਹੈ ਜ਼ਿੰਦਗੀ ਦੇ ਵਿੱਚ। ਸੋ ਇਸ ਕਰਕੇ ਭਾਗਾਂ ਵਾਲੇ ਹਨ ਜਿਹੜੇ ਲਾਭ ਲੈਂਦੇ ਹਨ। ਇਸ ਤਰ੍ਹਾਂ ਹੋਕਾ ਦਿਓ, ਦੂਸਰਿਆਂ ਨੂੰ ਜੋੜਨ ਦੀ ਕੋਸ਼ਿਸ਼ ਕਰੋ ਵੀ ਕਿਸੇ ਦੇ ਘਰ ਦੇ ਵਿੱਚ ਦੀਵਾ ਜਗ ਜਾਵੇ, ਇਹ ਗਿਆਨ ਦੀ ਰੋਸ਼ਨੀ ਕਿਸੇ ਦੇ ਮਨ ਦੇ ਵਿੱਚ, ਕਿਸੇ ਦੇ ਘਰ ਵਿੱਚ ਆ ਜਾਵੇ। ਜੇ ਅਸੀਂ ਕੋਸ਼ਿਸ਼ ਕਰਾਂਗੇ ਤਾਂ ਅਸੀਂ ਜਿਹੜੇ ਹਨ ਜੋੜ ਸਕਦੇ ਹਾਂ। ਸੋ ਜੇ ਅਸੀਂ ਪਰਮਾਤਮਾ ਦਾ ਸੱਚਾ ਪਿਆਰ ਸਾਡੇ ਦਿਲ 'ਚ ਹੋਵੇਗਾ, ਸੱਚਾ ਨਿਤਨੇਮ ਕਰਾਂਗੇ, ਸੱਚੇ ਦਿਲੋਂ ਭਾਵ ਅਤੇ ਭਗਤੀ ਕਰਾਂਗੇ, ਅਸੀਂ ਦੂਜਿਆਂ ਨੂੰ ਵੀ ਜੋੜ ਸਕਦੇ ਹਾਂ। ਸੋ ਇਸ ਕਰਕੇ ਕੋਸ਼ਿਸ਼ ਕਰਨੀ ਚਾਹੀਦੀ ਹੈ
ਕਿ ਹੋਰ ਵੀ ਕਿਸੇ ਦਾ ਭਲਾ ਹੋ ਜਾਵੇ, ਹੋਰ ਪਰਿਵਾਰਾਂ ਦਾ ਭਲਾ ਹੋ ਜਾਵੇ, ਕਿਸੇ ਨੂੰ ਸਮਝ ਆ ਜਾਵੇ, ਕਿਸੇ ਨੂੰ ਸੋਝੀ ਆ ਜਾਵੇ। ਸੋ ਜੇ ਫਿਰ ਕਿਸੇ ਦੇ ਭਾਗ ਨਹੀਂ ਜਾਗਦੇ, ਫਿਰ ਉਹਦੀ ਚਲੋ ਉਸ ਦੀ ਜ਼ਿੰਦਗੀ ਆ, ਉਸ ਦੇ ਕਰਮ ਨੇ। ਸੋ ਇਸ ਕਰਕੇ ਭਾਗਾਂ ਵਾਲੇ ਜਿਹੜੇ ਹਨ ਉਹ ਲਾਭ ਲੈਂਦੇ ਹਨ। ਇਸ ਭਾਗਾਂ ਵਾਲੇ ਹੋ ਜੋ ਆਪਣਾ ਅੰਮ੍ਰਿਤ ਵੇਲੇ ਗੁਰੂ ਦੇ ਦਰਬਾਰ ਵਿੱਚ ਆਏ ਹੋ, ਸਤਸੰਗ ਸੇਵਾ ਸਿਮਰਨ ਇਹ ਅੰਮ੍ਰਿਤ ਨੂੰ ਪੀ ਰਹੇ ਹੋ। ਅੰਮ੍ਰਿਤ ਵੇਲਾ ਤੇ ਗੁਰਾਂ ਦੀ ਬਾਣੀ ਮਿੱਠੀ ਹੈ, ਭਾਗਾਂ ਵਾਲੇ ਲਾਹ ਲੈਂਦੇ ਨੇ। ਅੰਮ੍ਰਿਤ ਵੇਲਾ ਤੇ ਗੁਰਾਂ ਦੀ ਬਾਣੀ ਮਿੱਠੀ ਹੈ, ਭਾਗਾਂ ਵਾਲੇ ਲਾਹ ਲੈਂਦੇ ਨੇ। ਅੰਮ੍ਰਿਤ ਗੁਰਾਂ ਦੀ ਬਾਣੀ ਮਿੱਠੀ ਹੈ, ਭਾਗਾਂ ਵਾਲੇ ਲਾਹ ਲੈਂਦੇ ਨੇ। ਅੰਮ੍ਰਿਤ ਵੇਲਾ ਤੇ ਗੁਰਾਂ ਦੀ ਬਾਣੀ ਮਿੱਠੀ ਹੈ, ਭਾਗਾਂ ਵਾਲੇ ਲਾਹ ਲੈਂਦੇ ਨੇ। ਅੰਮ੍ਰਿਤ ਵੇਲਾ ਤੇ ਗੁਰਾਂ ਦੀ ਬਾਣੀ ਮਿੱਠੀ ਹੈ, ਭਾਗਾਂ ਵਾਲੇ ਲਾਹ ਲੈਂਦੇ ਨੇ। ਅੰਮ੍ਰਿਤ ਵੇਲਾ ਤੇ ਗੁਰਾਂ ਦੀ ਬਾਣੀ ਮਿੱਠੀ ਹੈ, ਭਾਗਾਂ ਵਾਲੇ ਲਾਹ ਲੈਂਦੇ ਨੇ। ਅੰਮ੍ਰਿਤ ਵੇਲਾ ਤੇ ਗੁਰਾਂ ਦੀ ਬਾਣੀ ਮਿੱਠੀ ਹੈ, ਭਾਗਾਂ ਵਾਲੇ ਲਾਹ ਲੈਂਦੇ ਨੇ। ਅੰਮ੍ਰਿਤ ਵੇਲਾ ਤੇ ਗੁਰਾਂ ਦੀ ਬਾਣੀ ਮਿੱਠੀ ਹੈ, ਭਾਗਾਂ ਵਾਲੇ ਲਾਹ ਲੈਂਦੇ ਨੇ। ਜਦੋਂ ਅਸੀਂ ਅੰਮ੍ਰਿਤ ਪਾਨ ਕੀਤਾ ਚੰਡੀਗੜ੍ਹ ਗੁਰਦੁਆਰਾ ਸਾਹਿਬ ਆ, ਉਦੋਂ ਤੋਂ ਹੀ ਤੇ ਬੱਚਿਆਂ ਦੇ ਸਮੇਤ ਅੰਮ੍ਰਿਤ ਵੇਲੇ ਦੀ ਸੰਭਾਲ, ਤੜਕੇ ਭਾਵੇਂ ਗਰਮੀ ਹੈ, ਭਾਵੇਂ ਸਰਦੀ ਹੈ, ਪੋਹ ਹੈ, ਮਾਘ ਹੈ, ਠੰਡ ਹੈ, ਤੇ ਬੱਚਿਆਂ ਦੇ ਸਮੇਤ ਇੱਕ ਆਪਣਾ ਇੱਕ ਜਣੇ ਨੇ ਦੂਜੇ ਨੂੰ ਉਠਾ ਦੇਣਾ, ਦੂਜੇ ਨੇ ਤੀਸਰੇ ਨੂੰ ਉਠਾ ਦੇਣਾ ਹੈ, ਤੀਸਰੇ ਨੇ ਚੌਥੇ ਨੂੰ ਉਠਾ ਦੇਣਾ ਹੈ। ਸਾਰੇ ਨੇ ਇਕੱਤਰ ਹੋ ਕੇ ਜਿੱਥੇ ਆਪਣਾ ਘਰ ਸੀ ਉੱਥੇ ਨੂੰ ਆ ਜਾਂਦੇ ਹਨ, ਆਵਾਜ਼ ਦਿੰਦੇ ਹਨ 3-3 ਵਜੇ ਆ ਕੇ, ਅਤੇ ਅਸੀਂ ਫਿਰ ਬਾਹਰ ਆ ਜਾਣਾ। ਫਿਰ ਉੱਥੋਂ ਜਿਹੜਾ ਹੈਗਾ ਫਿਰ ਚੱਲਿਆ ਜਾਣਾ। ਜੇ ਕੋਈ ਪਿੱਛੇ ਰਹਿ ਜਾਂਦਾ ਹੈ ਤਾਂ ਉਹਨੇ ਫਿਰ ਦੌੜ ਕੇ ਨਾਲ ਚਲਿਆ ਜਾਣਾ, ਕੋਈ ਲੇਟ ਚਲਿਆ ਜਾਂਦਾ ਹੈ। ਫਿਰ ਉੱਥੇ ਜੋ ਆਪਣਾ ਪਹੁੰਚ ਜਾਂਦਾ ਹੈ, ਪਹੁੰਚ ਕੇ ਗੁਰੂ ਮਹਾਰਾਜ ਦੀ ਸੇਵਾ ਕਰਨੀ ਹੈ, ਸਿਮਰਨ ਕਰਨਾ ਹੈ, ਅਤੇ ਫਿਰ ਦਿਨ ਚੜ੍ਹਦੇ ਚੜ੍ਹਦੇ ਤੱਕ ਫਿਰ ਆਪਣੇ ਜਿਹੜਾ ਹੈ ਘਰਾਂ ਨੂੰ ਆ ਜਾਣਾ। ਕੋਈ ਸਕੂਲ ਚਲਿਆ ਜਾਂਦਾ ਹੈ, ਕਾਲਜ ਚਲੇ ਜਾਂਦਾ ਹੈ, ਕੰਮਾਂ ਵਾਲੇ ਕੰਮਾਂ ਵੀ ਚਲੇ ਜਾਂਦੇ ਹਨ। ਸੋ ਇਸ ਤਰ੍ਹਾਂ ਹੀ ਲਗਾਤਾਰ ਇਹ ਜਿਹੜਾ ਹੈ ਸਾਲਾਂ ਦੇ ਸਾਲ ਜਿਹੜਾ ਹੈ ਲਗਾਤਾਰ ਚੱਲਦਾ ਰਿਹਾ। ਫਿਰ 10 ਹੋ ਗਏ, ਫਿਰ 20 ਹੋ ਗਏ, ਫਿਰ 30 ਹੋ ਗਏ, ਜੁੜਨ ਲੱਗ ਗਏ ਫਿਰ ਅੱਗੇ ਅੱਗੇ। ਇਸੇ ਤਰ੍ਹਾਂ ਸ਼ਾਮਾਂ ਦਾ ਪੂਰਾ ਸ਼ਾਮ ਦਾ ਵੀ ਸੁਧਰਾ ਸਮੇਂ ਸਤਿਨਾਮ ਵਾਹਿਗੁਰੂ ਬੋਲੋ, ਸਿਮਰਨ ਬੋਲੋ, ਅਤੇ ਫਿਰ ਰਹਿਰਾਸ ਸਾਹਿਬ ਦਾ ਪਾਠ ਕਰੋ ਇਕੱਤਰ ਹੋ ਕੇ, ਫਿਰ ਗੁਰੂ ਮਹਾਰਾਜ ਦੀ ਸੇਵਾ ਕਰੋ ਇਕੱਤਰ ਹੋ ਕੇ ਸ਼ਰਧਾ ਦੇ ਨਾਲ, ਅਤੇ ਫਿਰ ਸਿਮਰਨ ਕਰੋ ਅਤੇ ਆਪਣੇ ਆਪਣੇ ਘਰਾਂ ਨੂੰ ਚਲੇ ਜਾਓ। ਇਸ ਤਰ੍ਹਾਂ ਦੀ ਰੀਤੀ ਜਿਹੜੀ ਹੈ, ਇਸ ਤਰ੍ਹਾਂ ਦਾ ਨੇਮ ਜਿਹੜਾ ਹੈ ਸਾਰਿਆਂ ਦਾ ਹੋਣਾ ਚਾਹੀਦਾ ਹੈ। ਇਹੀ ਜੀਵਨ ਹੈ। ਸੋ ਕਿੰਨਾ ਸਮਾਂ ਜਿਹੜਾ ਹੈ ਚੱਲਦਾ ਰਿਹਾ। ਸੋ ਇਸ ਤਰ੍ਹਾਂ ਜੇ ਆਪਣਾ ਕੋਸ਼ਿਸ਼ਾਂ ਕਰਨਗੇ ਸਾਰੇ ਬੱਚੇ ਬਜ਼ੁਰਗ ਅਤੇ ਹੋਰ ਪਰਿਵਾਰ, ਤਾਂ ਫਿਰ ਇਹ ਇੱਕ ਰਸ ਆਨੰਦ ਬਣ ਜਾਂਦਾ ਹੈ। ਅਤੇ ਭਾਵੇਂ ਇੱਕ ਇਕੱਲਾ ਵੀ ਹੋਵੇ ਉਹ ਵੀ ਆਪਣਾ ਕਰ ਸਕਦਾ, ਜ਼ਰੂਰੀ ਨਹੀਂ ਵੀ ਕੋਈ ਨਾਲ ਹੋਣਾ ਹੀ ਚਾਹੀਦਾ। ਸੰਗਤ ਵਿੱਚ ਜਾਣਾ ਹੈ, ਸਾਧੂਆਂ ਕੋਲ ਜਾਣਾ ਹੈ, ਕਿਸੇ ਨੂੰ ਨਾਲ ਲਓ ਹੀ ਨਾ, ਕਿਵੇਂ ਕੋਈ ਵਿਘਨ ਪਾ ਦਿੰਦੇ ਨੇ ਕਈ, ਕਾਮ ਕ੍ਰੋਧ ਨੂੰ ਹੰਕਾਰ ਨੂੰ ਨਾਲ ਲਓ। ਜ਼ਰੂਰੀ ਨਹੀਂ ਹੈ। ਕੋਈ ਗੁਰਮੁਖ ਕਰਦਾ ਠੀਕ ਹੈ, ਚੱਲਦਾ ਹੈ, ਪਰੰਤੂ ਜੇ ਕੋਈ ਨਹੀਂ ਤਿਆਰ ਹੁੰਦਾ ਤਾਂ ਕੋਈ ਜ਼ਰੂਰੀ ਵੀ ਨਹੀਂ ਹੈ। ਸੋ ਇਸ ਕਰਕੇ ਜੇ ਇਸ ਤਰ੍ਹਾਂ ਦਾ ਆਨੰਦ ਬਣਾਓਗੇ ਸਭ ਦਾ ਭਲਾ ਹੋਵੇਗਾ। ਕੋਸ਼ਿਸ਼ ਕਰਿਆ ਕਰੋ। ਸੋ ਆਓ ਹੁਣ ਇਹ ਵਿਚਾਰਾਂ ਨੂੰ ਇੱਥੇ ਬਣਾਉ ਦਿੰਦੇ ਹੋਏ ਅੱਗੇ ਆਪਾਂ ਗੁਰਬਾਣੀ ਦੀ ਵਿਚਾਰ ਜਿਹੜੀ ਹੈ ਉਹ ਕਰਦੇ ਹਾਂ ਕਿ ਸਤਿਗੁਰ ਸੱਚੇ ਪਾਤਸ਼ਾਹ ਗੁਰਬਾਣੀ ਦੁਆਰਾ ਸਾਨੂੰ ਕੀ ਉਪਦੇਸ਼ ਦਿੰਦੇ ਨੇ। ਗੁਰਬਾਣੀ ਜੋ ਗੁਰੂ ਹੈ, ਗੁਰਬਾਣੀ ਦਾ ਫੈਸਲਾ ਅੰਤਮ ਸੱਤ ਹੈ। ਸੋ ਮਨ ਚਿੱਤ ਇਕਾਗਰ ਕਰਕੇ ਸਰਵਣ ਕਰਾਂਗੇ। ਤਰਨ ਗਗਨ ਨਵ ਖੰਡ ਮੈਂ ਜੋਤ ਸਰੂਪੀ ਰਹਿਓ ਪਰ, ਪਨ ਮਥਰਾ ਕਛ ਭੇਦ ਨਹੀਂ ਗੁਰੂ ਅਰਜਨ ਪਰਤਖ ਹਰ। ਪਨ ਮਥਰਾ ਕਛ ਭੇਦ ਨਹੀਂ ਗੁਰੂ ਅਰਜਨ ਪਰਤਖ ਹਰ। ਗਿਆਨ ਧਿਆਨ ਕਿਛ ਕਰਮ ਨ ਜਾਣਾ
ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਮੂਹ ਪਿਓ ਚਰੈ ਸ਼ਾਸਤਰ ਖਟ, ਪਿੰਗ ਗਿਰਨ ਛੜ ਜਾਏ। ਅੰਧ ਲਖੈ ਬਦਰੋ ਸੁਨ, ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸੋ ਕਹੋ ਟਲ ਗੁਰ ਸੇਵੀ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾ। ਤਨ ਸੰਤਨ ਕਾ, ਧਨ ਸੰਤਨ ਕਾ, ਮਨ ਸੰਤਨ ਕਾ ਕੀਆ। ਸੰਤ ਪ੍ਰਸਾਦ ਹਰ ਨਾਮ ਧਿਆਇਆ, ਸਰਬ ਕੁਸ਼ਲ ਤਬ ਥੀਆ। ਤਨ ਸੰਤਨ ਕਾ, ਧਨ ਸੰਤਨ ਕਾ, ਮਨ ਸੰਤਨ ਕਾ ਕੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਹ ਸ਼ਬਦ ਦੀ ਜੋ ਵਿਚਾਰ ਹੈ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਸੋਠ ਰਾਗ ਦੇ ਅੰਦਰ ਸੰਤਾਂ ਦੀ ਮਹਿਮਾ ਕਥਨ ਕਰਦੇ ਹਨ। ਸਾਧੂ ਲੋਕਾਂ ਦੀ ਮਹਿਮਾ ਜਿਹੜੀ ਹੈ ਉਹ ਕਥਨ ਕਰਦੇ ਹਨ। ਅੱਜ ਕੱਲ੍ਹ ਤਾਂ ਸਿੱਖ ਅਖਵਾਉਣ ਵਾਲੇ ਵੀ ਗੁਰਬਾਣੀ ਜੋ ਗੁਰੂ ਹੈ ਉਸ ਤੋਂ ਉਲਟ ਚੱਲ ਕੇ ਹੈ ਸਾਧੂ ਮਹਾਤਮਾ ਸੰਤਾਂ ਦੀ ਜਿਹੜੀ ਹੈ ਨਿੰਦਿਆ ਕਰਦੇ ਹਨ। ਪਖੰਡ ਦਾ ਖੰਡਨ ਜਿਹੜਾ ਹੈ ਗੁਰਮਤਿ ਵਿੱਚ ਹੈ, ਗੁਰਬਾਣੀ ਦੇ ਵਿੱਚ ਹੈ, ਪਰੰਤੂ ਸੱਚਾਈ ਦਾ ਖੰਡਨ ਨਹੀਂ ਹੈ। ਸੰਤਾਂ ਦਾ, ਬ੍ਰਹਮ ਗਿਆਨੀਆਂ ਦਾ, ਸਾਧੂਆਂ ਦਾ, ਗੁਰਮੁਖਾਂ ਦਾ ਖੰਡਨ ਨਹੀਂ ਹੈ। ਉਹਨਾਂ ਦੀ ਬਾਣੀ ਦੇ ਵਿੱਚ ਵਡਿਆਈ ਹੈ। ਸੋ ਸੰਤਾਂ ਦੀ ਵਡਿਆਈ ਕਰਦੇ ਹੋਏ, ਸੰਤਾਂ ਦੀ ਮਹਿਮਾ ਕਰਦੇ ਹੋਏ, ਨਿਵਾਜਦੇ ਹੋਏ ਸੰਤਾਂ ਨੂੰ, ਸਿਰੋਂ ਪਾਉ ਦਿੰਦੇ ਹੋਏ ਸੰਤਾਂ ਨੂੰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਸ਼ਬਦ ਦੇ ਅੰਦਰ ਰਹਿਮਤ ਕਰਦੇ ਹਨ, ਬਖਸ਼ਿਸ਼ ਕਰਦੇ ਹਨ। ਸਭ ਤੋਂ ਪਹਿਲਾਂ ਤਾਂ ਵਿਚਾਰ ਵਿੱਚ ਸੰਤ ਕੌਣ ਹੈ। ਸੰਤ ਗੁਰਬਾਣੀ ਦੇ ਵਿੱਚ ਦੱਸਿਆ ਹੈ ਭਾਈ, ਇਹ ਲੱਛਣ ਹਨ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸਈ ਨਾਨਕਾ ਪੂਰਨ ਸਈ। ਸੰਤ ਜਿਨ੍ਹਾਂ ਨੂੰ ਰੱਬ ਨਹੀਂ ਵਿਸਰਦਾ, ਜਿਨ੍ਹਾਂ ਨੂੰ ਪਰਮਾਤਮਾ ਨਹੀਂ ਵਿਸਰਦਾ, ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦਾ ਰਸ ਚੱਖਿਆ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੀ ਭਗਤੀ ਕਰਦੇ ਹਨ, ਪਰਮਾਤਮਾ ਦੇ ਅਰਪਣ ਹੋ ਗਏ ਨੇ, ਪਰਮਾਤਮਾ ਦੇ ਬਣ ਗਏ ਹਨ, ਗੁਰੂ ਦੇ ਹੀ ਬਣ ਗਏ ਹਨ, ਪਰਮਾਤਮਾ ਦੇ ਹੀ ਬਣ ਗਏ ਹਨ। ਸ਼ਾਂਤਤਾਈ ਧਾਰਨ ਕਰ ਲਈ ਹੈ, ਹਰ ਸਮੇਂ ਪਰਮਾਤਮਾ ਦੇ ਸਿਮਰਨ ਦੇ ਵਿੱਚ ਰਤ ਰਹਿੰਦੇ ਹਨ। ਸੋ ਐਸੀ ਅਵਸਥਾ ਪ੍ਰਾਪਤ ਕੀਤੀ ਹੈ ਜਿਨ੍ਹਾਂ ਨੇ ਭਗਤੀ ਕਰਦੇ ਹੋਏ ਅਤੇ ਸਾਧ ਨਾਮ ਨਿਰਮਲ ਜਾ ਕੇ ਕਰਮ, ਜਿਨ੍ਹਾਂ ਨੇ ਆਪਣੇ ਤਨ ਨੂੰ ਸਾਧਿਆ ਹੈ, ਮਨ ਨੂੰ ਸਾਧਿਆ ਹੈ ਅਤੇ ਇਸ ਤਰੀਕੇ ਦੇ ਨਾਲ ਉਸ ਨੂੰ ਸਾਧੂ ਕਹਿੰਦੇ ਹਨ। ਸੋ ਸੰਤ ਨਾਮ ਜੋ ਹੈ, ਜਿਨ੍ਹਾਂ ਨੂੰ ਪਰਮਾਤਮਾ ਦਾ ਸਿਮਰਨ ਕਰਦੇ ਨੇ, ਪਰਮਾਤਮਾ 'ਤੇ ਪੂਰਨ ਵਿਸ਼ਵਾਸ ਹੈ, ਪਰਮਾਤਮਾ ਦੇ ਨਾਮ ਦੇ ਨਾਲ ਪੂਰੇ ਜੁੜੇ ਹੋਏ ਨੇ, ਉਸ ਰਸ ਨੂੰ ਪੀਂਦੇ ਨੇ, ਉਸ ਆਨੰਦ ਨੂੰ ਪੀਂਦੇ ਹਨ, ਰੂਹਾਨੀਅਤ ਵਿੱਚ ਉਤਰ ਗਏ ਹਨ, ਆਤਮਿਕ ਤੌਰ 'ਤੇ ਆਤਮਿਕ ਅਵਸਥਾ ਨੂੰ ਪ੍ਰਾਪਤ ਕਰਦੇ ਹਨ, ਪਰਮਾਤਮਾ ਦੇ ਨਾਲ ਇੱਕ ਰਸ ਜੁੜੇ ਹੁੰਦੇ ਹਨ ਅਤੇ ਖੁਦ ਵੀ ਜੁੜਦੇ ਹਨ, ਦੂਜਿਆਂ ਨੂੰ ਵੀ ਜੋੜਦੇ ਹਨ। ਜਿਨ੍ਹਾਂ ਨੇ ਦੁਨੀਆ ਦੇ ਉੱਤੇ ਆ ਕੇ ਇੱਕ ਐਸਾ ਵੱਡਾ ਖਜ਼ਾਨਾ ਇਕੱਠਾ ਕੀਤਾ ਹੈ, ਭਗਤੀ ਕਰ ਕਰਕੇ, ਸਿਮਰਨ ਕਰ ਕਰਕੇ, ਨਾਮ ਜਪ ਜਪ ਕੇ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ, ਪ੍ਰਵਾਨ ਗਣੀ ਸਹੀਏ ਆਏ ਸਫਲ ਤਿੰਨਾ ਕੇ ਕੰਮ। ਭਾਗਾਂ ਵਾਲੇ ਹਨ, ਭਾਗ ਠੜੇ ਹਰ ਸੰਤ ਤੁਮਾਰੇ, ਸੰਤ ਨੇ ਇਹ ਪ੍ਰਭੂ ਜੀ ਤੁਹਾਡੇ, ਭਾਗ ਠੜੇ ਹਰ ਸੰਤ ਤੁਮਾਰੇ। ਦਿਖਾਵੇ ਨਹੀਂ ਕਰਦੇ ਅਤੇ ਕੁਰਾਹੇ ਨਹੀਂ ਪਾਉਂਦੇ, ਦੁਨੀਆ ਨੂੰ ਆਪਣੇ ਪਿੱਛੇ ਨਹੀਂ ਲਗਾਉਂਦੇ ਹਨ, ਧਰਮ ਨੂੰ ਧੰਦਾ ਨਹੀਂ ਬਣਾਉਂਦੇ ਹਨ, ਸੱਚੇ ਦਿਲੋਂ ਜਿਹੜਾ ਹੈ ਪ੍ਰਭੂ ਦੀ ਚਾਕਰੀ ਕਰਦੇ ਹਨ।
ਗੁਰੂ ਦੀ ਚਾਕਰੀ ਕਰਦੇ ਹਨ, ਪ੍ਰਮਾਤਮਾ ਦੀ ਚਾਕਰੀ ਕਰਦੇ ਹਨ, ਸਹੀ ਮਾਰਗ ਜਿਹੜਾ ਹੈ ਸਹੀ ਮਾਰਗ 'ਤੇ ਚੱਲਦੇ ਹਨ, ਸਹੀ ਮਾਰਗ ਹੀ ਦੁਨੀਆ ਨੂੰ ਦਿਖਾਉਂਦੇ ਹਨ। ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ, ਜਿਨ੍ਹਾਂ ਦੇ ਘਰ ਦੇ ਵਿੱਚ ਆਪਣਾ ਜਿਹੜਾ ਹੈ ਨਾਮ ਦਾ ਧਨ ਇਕੱਤਰ ਕੀਤਾ, ਜਿਨ੍ਹਾਂ ਨੇ ਆਪਣੇ ਹਿਰਦੇ ਦੇ ਵਿੱਚ ਇਕੱਠਾ ਕੀਤਾ ਹੈ ਪਰਮਾਤਮਾ ਦੀ ਬੰਦਗੀ ਭਗਤੀ ਕਰ ਕਰਕੇ ਦਿਨ ਰਾਤ। ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ, ਪ੍ਰਵਾਨ ਗਣੀ ਸਹੀ ਆਏ ਸਫਲ ਤਿਨਾ ਕੇ ਕਾਮਾ। ਸੋ ਉਹ ਪਰਮਾਤਮਾ ਦੇ ਪਿਆਰੇ, ਸੋ ਉਹਨਾਂ ਦੀ ਜਿਹੜੀ ਮਹਿਮਾ ਹੈ, ਉਹ ਵਡਿਆਈ ਹੈ, ਜਿਹੜੀ ਹੈ ਬਾਣੀ ਦੇ ਵਿੱਚ ਕਥਨ ਕਰਦੇ ਹੋਏ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਰਹਿਮਤ ਕਰਦੇ ਹਨ। ਮਨ ਚਿੱਤ ਇਕਾਗਰ ਕਰਕੇ ਸੁਣੋ। ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਬਾਣੀ ਦੇ ਅੰਦਰ ਗੁਰਮੁਖਾਂ ਦੀ ਗੁਰਸਿੱਖਾਂ ਦੀ ਮਹਿਮਾ ਵਰਣਨ ਕਰਦੇ ਹਨ। ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਹ ਸੋ ਗਰੀਬ ਕਰੋੜ ਪਰੇ, ਜੋ ਕੁਛ ਵੀ ਹੈ ਮੇਰਾ ਸਭ ਇਹਨਾਂ ਦਾ ਹੀ ਹੈ। ਸੋ ਮੇਰੇ ਖਾਲਸਿਆਂ ਦਾ ਹੈ, ਮੇਰੇ ਗੁਰਸਿੱਖਾਂ ਦਾ ਹੈ। ਸੋ ਇਹ ਵਡਿਆਈ ਕਰਦੇ ਹਨ। ਹੁਣ ਸੰਤਾਂ ਦੀ ਮਹਿਮਾ ਵਡਿਆਈ ਕਰਦੇ ਹੋਏ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ, ਤਨ ਸੰਤਨ ਕਾ, ਜਿਹੜਾ ਸਾਡਾ ਤਨ ਹੈ, ਇਹ ਸਰੀਰ ਹੈ, ਵੀ ਸੰਤਾਂ ਦਾ ਹੀ ਕਰ ਦਿੱਤਾ, ਅਸੀਂ ਸੰਤਾਂ ਨੂੰ ਹੀ ਸੌਂਪ ਦਿੱਤਾ ਹੈ। ਤਨ ਸੰਤਨ ਕਾ ਧਨ ਸੰਤਨ ਕਾ ਕੀਆ। ਜੋ ਧਨ ਹੈ, ਜੋ ਸਾਡੇ ਕੋਈ ਪੈਸਾ ਹੈ, ਕੋਈ ਟਕਾ ਹੈ, ਦੌਲਤ ਹੈ, ਜੋ ਕੁਛ ਵੀ ਉਹ ਵੀ ਮੇਰਾ ਨਹੀਂ ਹੈ, ਉਹ ਵੀ ਸੰਤਾਂ ਨੂੰ ਹੀ ਸੌਂਪ ਦਿੱਤਾ, ਸੰਤਾਂ ਦਾ ਹੀ ਹੈ। ਤਨ ਸੰਤਨ ਕਾ ਧਨ ਸੰਤਨ ਕਾ, ਇੱਥੋਂ ਤੱਕ ਮਨ ਵੀ ਜਿਹੜਾ ਉਹ ਵੀ ਸੌਂਪ ਦਿੱਤਾ। ਮਨ ਸੰਤਨ ਕਾ ਕੀਆ, ਇਹ ਜਿਹੜਾ ਮਨ ਵੀ ਸੰਤਾਂ ਦੀ ਸੇਵਾ ਦੇ ਵਿੱਚ, ਸੰਤਾਂ ਦੇ ਪਿਆਰ ਦੇ ਵਿੱਚ ਹੀ ਹੈ। ਅਸੀਂ ਆਪਣਾ ਮਨ ਵੀ ਸੰਤਾਂ ਨੂੰ ਦੇ ਦਿੱਤਾ ਹੈ, ਤਨ ਵੀ ਸੰਤਾਂ ਨੂੰ ਦੇ ਦਿੱਤਾ ਹੈ। ਧੰਨ ਹਨ ਬਾਬਾ ਬੁੱਢਾ ਜੀ ਵਰਗੇ ਸੰਤ ਲੋਕ, ਭਾਈ ਗੁਰਦਾਸ ਜੀ ਵਰਗੇ, ਹੋਰ ਕਿੰਨੇ ਕਿੰਨੇ ਗੁਰਮੁਖ ਗੁਰਸਿੱਖ ਸੰਗਤਾਂ ਦੇ ਵਿੱਚ ਵਿਚਰਨ ਵਾਲੇ ਗੁਰੂ ਦੇ ਪਿਆਰੇ। ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿੰਨੇ ਨਵਾਜ਼ੇ, ਗੁਰੂ ਨਾਨਕ ਜੀ ਨੇ ਕਿੰਨੇ ਨਵਾਜ਼ੇ, ਅਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕਿੰਨੇ ਜਿਹੜੇ ਹਨ ਸੰਤ ਬਣਾ ਦਿੱਤੇ। ਭਾਈ ਗੁਰੂ ਨਾਨਕ ਜੀਆਂ ਨੇ ਸੱਜਣ ਠੱਗ ਵਰਗੇ ਸੰਤ ਬਣਾ ਦਿੱਤੇ। ਉਹਨਾਂ ਨੂੰ ਉਹ ਅਵਸਥਾ ਜਿਹੜੀਆਂ ਝੰਡੇ ਵਾਢੀ ਵਰਗੇ ਇਹੋ ਜਿਹੇ ਗੁਰਮੁਖ ਬਣਾ ਦਿੱਤੇ। ਉਹਨਾਂ 'ਤੇ ਇਹੋ ਜਿਹੀਆਂ ਮਿਹਰਾਂ ਕੀਤੀਆਂ ਅਤੇ ਨਦਰਾਂ ਕੀਤੀਆਂ ਗੁਰੂ ਨਾਨਕ ਨੇ। ਉਹ ਆਪਣਾ ਗੁਰੂ, ਉਹ ਸੰਤਾਂ ਦਾ ਵੀ ਸੰਤ ਹੈ, ਉਹ ਤਾਂ ਸੰਤਾਂ ਨੂੰ ਬਣਾਉਣ ਵਾਲਾ ਹੈ, ਇੱਕ ਕਿਰਪਾ ਦੀ ਨਜ਼ਰ ਦੇ ਨਾਲ, ਦ੍ਰਿਸ਼ਟੀ ਦੇ ਨਾਲ ਹੀ। ਸੋ ਸੰਤਾਂ ਦਾ ਸੁਆਮੀ ਹੈ ਜੋ ਸਤਿਗੁਰੂ ਹੈ। ਸੌ ਵਿੱਚ ਵਰਤੇ ਸਿੱਖ ਸੰਤ 7100 ਸਤਿਗੁਰ ਅਵਿਨਾਸੀ, ਕਿ ਸਤਿਗੁਰ ਅਤੇ ਸੰਤ ਦੇ ਵਿੱਚ ਕਿਆ ਭੇਦ ਹੈ। ਭਾਈ ਗੁਰਦਾਸ ਜੀ ਲਿਖਦੇ ਹਨ 100 ਅਤੇ 101 ਦਾ ਜਿਵੇਂ ਭੇਦ ਹੈ, 7100 ਸਤਿਗੁਰ ਅਵਿਨਾਸੀ। ਸੋ ਸਤਿਗੁਰ ਦੀ ਜਿਹੜੀ ਪਦਵੀ ਹੈ ਉਹ ਸੰਤਾਂ ਤੋਂ ਉੱਚੀ ਹੈ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਨੇ ਨਵਾਜੇ ਗੁਰੂ ਅਮਰਦਾਸ ਮਹਾਰਾਜ ਜੀ ਨੇ। ਭਾਈ ਡੱਲੇ ਪਿੰਡ ਦੇ ਵਿੱਚ 72 ਬ੍ਰਹਮ ਗਿਆਨੀ ਜਿਹੜੇ ਹਨ, ਭਾਈ ਪਾਰੋ ਜੀ ਜਿੱਥੋਂ, ਅਤੇ ਪਰਮਹੰਸ, 3 ਜਿਹੜੀਆਂ ਮੰਜੀਆਂ ਆਪਣਾ ਉਸ ਨਗਰ ਦੇ ਵਿੱਚ ਹੀ ਜਿਹੜੀਆਂ ਬਖਸ਼ੀਆਂ ਹੋਈਆਂ ਸਨ। ਸੋ ਇੰਨੇ ਨੇ ਮਹਾਰਾਜ ਨੇ ਗੁਰਮੁਖ ਬਣਾਏ, ਬ੍ਰਹਮ ਗਿਆਨੀ ਬਣਾਏ, ਸੰਤ ਲੋਕ ਬਣਾਏ। ਸੋ ਗੁਰੂ ਦਸ਼ਮੇਸ਼ ਜੀ ਵੀ ਲਿਖਦੇ ਹਨ ਆਪਣੀ ਬਾਣੀ ਦੇ ਅੰਦਰ, ਅਸੀਂ ਦੁਨੀਆ ਵਿੱਚ ਸੰਤਾਂ ਦੀ ਰੱਖਿਆ ਵਾਸਤੇ ਆਏ ਹਾਂ। ਸੋ ਪਰਮਾਤਮਾ ਵੀ ਸੰਤਾਂ ਭਗਤਾਂ ਵਾਸਤੇ ਸੰਸਾਰ ਦੇ ਉੱਤੇ ਜਿਹੜਾ ਹੈ ਅਵਤਾਰ ਲੈਂਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਹਮ ਇੱਕ ਕਾਜ ਜਗ ਤੋਂ ਆਏ, ਧਰਮ ਹੇਤ ਗੁਰਦੇਵ ਪਠਾਏ, ਯਾਹੀ ਕਾਜ ਤਰਾ ਹਮ ਜਨਮ, ਸਮਝ ਲਿਓ ਸਾਧੂ ਸਭ ਮਨ ਮੰਗ, ਧਰਮ ਚਲਾਵਨ ਸੰਤ ਉਵਾਰਨ, ਦੁਸ਼ਟ ਸਭਨ ਕੋ ਮੂਲ ਉਪਾਰ। ਇੱਕ ਤਾਂ ਧਰਮ ਦੀ ਮਰਿਆਦਾ ਬੰਨਣੀ ਹੈ, ਧਰਮ ਚਲਾਉਣਾ ਹੈ। ਲੋਕ ਜਿਹੜੇ ਹਨ ਅਧਰਮੀ ਹੋ ਗਏ ਹਨ, ਪਰਮਾਤਮਾ ਦਾ ਰਸਤਾ ਛੱਡ ਕੇ ਕੁਰਾਹੇ ਪਏ ਹੋਏ ਹਨ। ਉਹ ਸਤਿਗੁਰੂ ਉਸ ਮਾਰਗ ਨੂੰ ਜਿਹੜਾ ਹੈ ਦਰਸਾਉਂਦਾ ਹੈ। ਧਰਮ ਚਲਾਵਨ ਸੰਤ ਉਵਾਰਨ, ਆਪਣੇ ਸੰਤਾਂ ਨੂੰ ਉਵਾਰਨਾ। ਦੁਨੀਆ ਜਿਹੜੀ ਹੈ ਕਹਿੰਦੀ ਹੈ ਦੁਨੀਆ ਸੰਤਾਂ ਨੂੰ ਖਤਮ ਕਰਨਾ ਹੈ। ਗੁਰੂ ਜੀ ਕਹਿੰਦੇ ਹਨ ਅਸੀਂ ਸੰਤਾਂ ਨੂੰ ਉਵਾਰਨਾ ਹੈ ਦੁਨੀਆ ਦੇ ਵਿੱਚ। ਅਕਾਲ ਹਰ ਆਪਣੀ ਵਡਿਆਈ ਭਾਵਦੀ, ਜਨ ਕਾ ਜੈਕਾਰ ਕਰਾਈ। ਆਪਣੇ ਸੰਤਾਂ ਭਗਤਾਂ ਦੀ ਵਡਿਆਈ ਕਰਾਉਂਦਾ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਹਨਾਂ ਨੂੰ ਪ੍ਰਗਟ ਕਰਦਾ। ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਉਹਨਾਂ ਦੀ ਕੋਈ ਇੱਛਾ ਨਹੀਂ ਹੁੰਦੀ। ਵਾਹਿਗੁਰੂ ਆਪਣੇ ਪਿਆਰਿਆਂ ਨੂੰ, ਜਿਵੇਂ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਨਿਵਾਜਦੇ ਨੇ, ਆਪਣੀਆਂ ਬੱਚਿਆਂ ਦੀਆਂ ਵਡਿਆਈਆਂ ਚਾਹੁੰਦੇ ਹਨ, ਵਾਹਿਗੁਰੂ ਵੀ ਆਪਣੇ ਪਿਆਰਿਆਂ ਦੀ ਭਗਤੀ ਕਰਨ ਵਾਲੇ ਦੀ ਵਡਿਆਈ ਨੂੰ ਪ੍ਰਗਟ ਕਰ ਦਿੰਦਾ ਹੈ। ਸੋ ਦਸ਼ਮੇਸ਼ ਪਿਤਾ ਜੀ ਲਿਖਦੇ ਹਨ, ਅਸੀਂ ਸੰਤਾਂ ਨੂੰ ਉਵਾਰਨ ਵਾਸਤੇ ਆਏ ਹਾਂ, ਦੁਸ਼ਟ ਲੋਕਾਂ ਦੀਆਂ ਜੜ੍ਹਾਂ ਪੁੱਟਣ ਵਾਸਤੇ, ਜਿਹੜੇ ਧਰਮ ਦੇ ਵਿਰੋਧੀ ਹਨ, ਪਰਮਾਤਮਾ ਦੇ ਨਿੰਦਕ ਹਨ ਅਤੇ ਗਲਤ ਰਸਤੇ ਚੱਲਦੇ ਹਨ, ਜ਼ੁਲਮ ਕਰਦੇ ਹਨ,
ਗਊ ਗਰੀਬ ਤੇ ਜ਼ੁਲਮ ਕਰਦੇ ਨੇ ਉਹਨਾਂ ਦੀਆਂ ਜੜ੍ਹਾਂ ਪੁੱਟਣੀਆਂ ਹਨ। ਇਹ ਤਿੰਨ ਕਾਰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੋ ਦੱਸੇ ਹਨ। ਸੋ ਇਸ ਕਰਕੇ ਜੋ ਸਤਿਗੁਰੂ ਹੈ, ਸਤਿਗੁਰ ਸੱਚੇ ਪਾਤਸ਼ਾਹ ਨੇ ਕਿੰਨੇ ਜਿਹੜੇ ਹਨ ਹਰ ਜਾਮੇ ਦੇ ਅੰਦਰ ਨਵਾਜ਼ੇ ਹਨ। ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿੰਨੇ ਜਿਹੜੇ ਹਨ ਸੰਤ ਭਗਤ ਗੁਰਸਿੱਖ ਹੈ ਜਗ ਤਾਰਨ ਆਏ, ਉਹਨਾਂ ਨੂੰ ਵੀ ਐਡੀ ਪਦਵੀ ਹੈ ਜਿਵੇਂ ਅਵਤਾਰ ਲੋਕ ਹੁੰਦੇ ਹਨ, ਜਗਤ ਨੂੰ ਤਾਰਨ ਵਾਸਤੇ ਹੋਣ। ਇਸ ਤਰ੍ਹਾਂ ਰੱਬ ਦੇ ਪਿਆਰੇ ਵੀ ਸੰਤ ਅਵਤਾਰ 6 ਤਰ੍ਹਾਂ ਦੇ ਅਵਤਾਰ ਮੰਨੇ ਗਏ ਹਨ। ਸਾਧੂ ਲੋਕ ਸੰਤ ਲੋਕ ਵੀ ਅਵਤਾਰਾਂ ਦੇ ਵਿੱਚ ਆਉਂਦੇ ਹਨ ਕਿ ਜੋ ਨਿੱਤ ਅਵਤਾਰ ਨੇ ਉਹ ਨਿੱਤ ਹੀ ਦੁਨੀਆ 'ਤੇ ਰਹਿੰਦੇ ਨੇ। ਪ੍ਰਭੂ ਦਾ ਅਵਤਾਰ ਕਦੇ ਕਦੇ ਹੁੰਦਾ ਹੈ ਅਤੇ ਹਰ ਯੁੱਗ ਦੇ ਵਿੱਚ ਇੱਕ ਅਵਤਾਰ ਹੁੰਦਾ ਹੈ। ਸੋ ਇੱਕ ਇਹ ਰੱਬੀ ਜੋਤ ਨੇ 10 ਜਾਮੇ ਜਿਹੜੇ ਹਨ ਇਹ ਧਾਰਨ ਕੀਤੇ ਹਨ। 24 ਅਵਤਾਰ ਜਿਹੜੇ ਹਨ ਭਗਵਾਨ ਵਿਸ਼ਨੂੰ ਦੇ ਮੰਨੇ ਗਏ ਹਨ। ਸੋ ਅਕਾਲ ਪੁਰਖ ਦੇ ਅਵਤਾਰ ਜਿਹੜੇ ਹਨ ਇਹ 10 ਅਵਤਾਰ ਹਨ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ। ਅਤੇ ਬਾਣੀ ਜਿਹੜੀ ਹੈ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ ਅਵਤਾਰ ਹੈ। ਸੋ ਇਸ ਕਰਕੇ ਨਿਮਿਤ ਅਵਤਾਰ ਹੁੰਦੇ ਨੇ ਕਦੇ ਕਦੇ ਜੋ ਹੈ ਕਿਸੇ ਦੇ ਕਾਰਨ ਵਾਸਤੇ, ਜਿਵੇਂ ਪ੍ਰਹਿਲਾਦ ਦੀ ਰੱਖਿਆ ਵਾਸਤੇ ਅਵਤਾਰ ਧਾਰਨ ਕੀਤਾ, ਜੋ ਨਰਸਿੰਘ ਰੂਪ ਧਾਰਨ ਕੀਤਾ, ਉਸ ਨੂੰ ਨਿਮਿਤ, ਉਸ ਦੇ ਨਿਮਿਤ ਨਿਤ ਅਵਤਾਰ, ਨਿਮਿਤ ਅਵਤਾਰ, ਪੂਰਨ ਅਵਤਾਰ, ਪੂਰਨਤਮ ਅਵਤਾਰ। ਸੋ ਨਿਤ ਅਵਤਾਰਾਂ ਦੇ ਰੂਪ ਦੇ ਵਿੱਚ ਸਾਧੂ ਲੋਕ, ਬ੍ਰਹਮ ਗਿਆਨੀ ਲੋਕ ਸੰਸਾਰ ਦੇ ਉੱਤੇ ਪ੍ਰਭੂ ਦੇ ਹੁਕਮ ਦੇ ਵਿੱਚ ਆ ਕੇ ਵਿਚਰਦੇ ਹਨ। ਅਤੇ ਜਨਮ ਮਰਨ ਦੋਹੂ ਮੈਂ ਨਾਹੀਂ, ਜਨ ਪਰ ਉਪਕਾਰੀ ਆਏ, ਜੀ ਦਾਨ ਦੀ ਭਗਤੀ ਲੈਣ ਹਰ ਸਿਉ ਲੈਣ ਮਿਲਾਏ, ਸਾਧ ਪਠਾਏ ਆਪ ਹਮ ਤੁਮ ਤੇ ਨਾਹੀਂ ਦੂਰ। ਉਹਨਾਂ ਜਿਨ੍ਹਾਂ ਨੂੰ ਆਪ ਦੁਨੀਆ ਦੇ ਉੱਤੇ ਭੇਜਦਾ ਹੈ ਕਿ ਦੁਨੀਆ ਸਿੱਧੇ ਰਸਤੇ ਪਈ ਰਹੇ, ਦੁਨੀਆ ਪਰਮਾਤਮਾ ਦੇ ਨਾਮ ਜਪਦੀ ਰਹੇ ਨੇ, ਦੁਨੀਆ ਜਿਹੜੀ ਹੈ ਉਹ ਕਰਾਹੇ ਪੈ ਜਾਂਦੀ ਹੈ। ਵੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਸੋ ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਸੰਤਾਂ ਭਗਤਾਂ ਨੂੰ ਨਵਾਜ ਰਹੇ ਹਨ। ਭਾਈ ਸਾਡਾ ਜਿਹੜਾ ਸਰੀਰ ਹੈ, ਤਨ ਹੈ, ਇਹ ਵੀ ਅਸੀਂ ਸੰਤਾਂ ਨੂੰ ਸੌਂਪ ਦਿੱਤਾ ਹੈ, ਆਪਣਾ ਧਨ ਵੀ ਸੰਤਾਂ ਨੂੰ ਸੌਂਪ ਦਿੱਤਾ ਹੈ, ਇਸ ਤਾਂ ਆਪਣਾ ਮਨ ਵੀ ਸੰਤਾਂ ਨੂੰ ਹੀ ਸੌਂਪ ਦਿੱਤਾ ਹੈ। ਸੰਤ ਪ੍ਰਸਾਦ ਹਰ ਨਾਮ ਧਿਆਇਆ, ਸਰਬ ਕੁਸ਼ਲ ਤਬ ਥੀਆ। ਕਿਉਂਕਿ ਬਾਈ ਪ੍ਰਸਾਦ ਨਾਮ ਹੈ ਕਿਰਪਾ ਦਾ। ਸੰਤ ਪ੍ਰਸਾਦ, ਸੰਤਾਂ ਦੀ ਕਿਰਪਾ ਦੇ ਨਾਲ ਅਸੀਂ ਪਰਮਾਤਮਾ ਦਾ ਨਾਮ ਜਪਿਆ ਹੈ। ਕਬੀਰ ਸੇਵਾ ਕੋ ਦੋ ਭਲੇ, ਇੱਕ ਸੰਤ ਇੱਕ ਰਾਮ। ਗੁਰੂ ਮਹਾਰਾਜ ਤਾਂ ਸੰਤਾਂ ਦੇ ਵੀ ਸੰਤ ਹਨ। ਸੋ ਸੰਤਾਂ ਦੀ ਕਿਰਪਾ ਦੇ ਨਾਲ ਜਿਹੜਾ ਹੈ ਪਰਮਾਤਮਾ ਦਾ ਨਾਮ ਜਪਿਆ ਹੈ, ਪਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ। ਸੰਤ ਪ੍ਰਸਾਦ ਹਰ ਨਾਮ ਤੇ ਆਇਆ, ਸਰਬ ਕੁਸ਼ਲ ਤਬ ਥੀਆ। ਤਾਂ ਹੀ ਜਿਹੜੇ ਹਨ ਸਾਰੇ ਸੁੱਖ ਪ੍ਰਾਪਤ ਹੋਏ, ਜ਼ਿੰਦਗੀ ਦੇ ਵਿੱਚ ਸ਼ਾਂਤੀ ਆ ਗਈ, ਜ਼ਿੰਦਗੀ ਦੇ ਵਿੱਚ ਸੁੱਖ ਆ ਗਿਆ। ਅਤੇ ਇਹ ਸਭ ਸੰਤਾਂ ਦੀ ਕਿਰਪਾ ਦੇ ਨਾਲ ਹੋਇਆ। ਸੰਤਨ ਬਿਨ ਅਵਰ ਨਾ ਦਾਤਾ ਬੀਆ। ਸੰਤਾਂ ਤੋਂ ਬਿਨਾਂ ਬੀਆ ਦੂਜਾ ਦਾਤਾ ਹੀ ਨਹੀਂ ਕੋਈ ਹੈ ਦੁਨੀਆ ਦੇ ਵਿੱਚ। ਸੰਤਾਂ ਤੋਂ ਬਿਨਾਂ ਦੁਨੀਆ ਦੇ ਜਿਹੜੇ ਦਾਤੇ ਝੂਠੇ ਬਣਦੇ ਹਨ ਭਾਈ। ਮਤਲਬੀ ਦੁਨੀਆ ਹੈ, ਮਤਲਬੀ ਲੋਕ ਹੈ। ਕੌਣ ਹੈ ਦਾਤਾ ਦੁਨੀਆ ਦੇ ਵਿੱਚ? ਨਹੀਂ ਕੋਈ। ਪ੍ਰਭੂ ਦਾਤਾ ਹੈ, ਸਤਿਗੁਰੂ ਦਾਤਾ ਹੈ। ਅਤੇ ਸੰਤ ਲੋਕ ਜਿਹੜੇ ਹਨ ਦਾਤੇ ਹਨ, ਉਹੀ ਜਿਹੜੇ ਹਨ ਸੰਤਨ ਵੀਰ ਅਵਰ ਨਾ ਦਾਤਾ ਵੀ ਆ। ਉਹਨਾਂ ਤੋਂ ਬਿਨਾਂ ਤਾਂ ਦਾਤਾ ਕੋਈ ਹੈ ਹੀ ਨਹੀਂ ਦੁਨੀਆ ਦੇ ਉੱਤੇ। ਜੋ ਜੋ ਸਰਣ ਪਰੈ ਸਾਧੂ ਕੀ, ਸੋ ਪਾਰਗ੍ਰਾਮੀ ਕੀਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਭਾਈ, ਜੋ ਜੋ ਵੀ ਸੰਤਾਂ ਦੀ ਸ਼ਰਨ ਵਿੱਚ ਪੈ ਜਾਂਦਾ ਹੈ, ਜੋ ਵੀ ਸੰਤਾਂ ਦੀ ਸ਼ਰਨ ਦੇ ਵਿੱਚ ਆ ਗਿਆ, ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨਹਾਰ। ਉਹਦਾ ਉਧਾਰ ਹੋ ਜਾਂਦਾ, ਉਹਦਾ ਭਲਾ ਹੋ ਜਾਂਦਾ, ਉਹਦੀ ਮੁਕਤੀ ਹੋ ਜਾਂਦੀ ਹੈ। ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨਹਾਰ। ਸੰਤ ਕੀ ਨਿੰਦਾ ਨਾਨਕਾ ਵਹਰ ਵਹਰ ਅਵਤਾਰ। ਜੋ ਸੰਤਾਂ ਦੀ ਨਿੰਦਿਆ ਕਰਦਾ ਹੈ ਉਹ ਵਾਰ-ਵਾਰ ਜੰਮਦਾ ਮਰਦਾ ਹੈ। ਬਸ ਉਹ 84 ਵਿੱਚੋਂ ਨਿਕਲ ਨਹੀਂ ਸਕਦਾ। ਸਾਧੂ ਕਾ ਨਿੰਦਕ ਕੈਸੇ ਤਰੈ, ਸਰ ਪਰ ਜਾਨੋ ਨਰਕ ਹੀ ਪਰੈ। ਕਹਿੰਦੇ ਪੱਕੀ ਗੱਲ ਹੈ ਕਿ ਉਹ ਨਰਕਾਂ ਨੂੰ ਹੀ ਜਾਂਦਾ ਹੈ, ਹੋਰ ਦੂਜੀ ਗੱਲ ਇਹ ਨਹੀਂ ਹੈ। ਸੋ ਇਸ ਕਰਕੇ ਗੁਰੂ ਮਹਾਰਾਜ ਜੀ ਇਹ ਬਖਸ਼ਿਸ਼ ਕਰਦੇ ਹਨ, ਸੰਤਨ ਬਿਨ ਅਵਰ ਨਾ ਦਾਤਾ ਵੀ ਹੈ। ਸੰਤਾਂ ਤੋਂ ਬਿਨਾਂ ਦੂਜਾ ਕੋਈ ਦਾਤਾ ਹੀ ਨਹੀਂ ਹੈ। ਜੋ ਜੋ ਸਰਨ ਪਰੈ ਸਾਧੂ ਕੀ, ਜੋ ਜੋ ਵੀ ਸਾਧੂਆਂ ਦੀ ਸ਼ਰਨ ਵਿੱਚ ਪੈ ਜਾਂਦਾ ਹੈ, ਸੋ ਪਾਰਗ੍ਰਾਮੀ ਕੀ ਆ, ਉਸ ਨੂੰ ਮੁਕਤ ਕਰ ਦਿੱਤਾ ਹੈ, ਮੋਹ ਮਾਇਆ ਦੇ ਜਾਲ ਵਿੱਚੋਂ ਕੱਢ ਦਿੱਤਾ ਹੈ। ਉਹ ਮੁਕਤ ਹੋ ਗਿਆ, ਉਸ ਦਾ ਭਲਾ ਹੋ ਗਿਆ ਹੈ। ਰਹਾਉ ਅਸਥਾਈ ਦੇ ਕੇ ਪ੍ਰਮਾਣ ਕਰਦੇ ਹਨ। ਕੋਟ ਅਪਰਾਧ ਮਿਟਹਿ ਜਨ ਸੇਵਾ, ਹਰ ਕੀਰਤਨ ਰਸ ਗਾਈਐ। ਇੱਕ ਅਪਰਾਧ ਨਹੀਂ, ਕਰੋੜਾਂ ਅਪਰਾਧ ਮਿਟ ਜਾਂਦੇ ਹਨ ਭਾਈ। ਜੋ ਕੋਟ ਅਪਰਾਧ ਮਿਟਹਿ ਜਨ ਸੇਵਾ,
ਪ੍ਰਭੂ ਦੇ ਜਨਾਂ ਦੀ, ਗੁਰਮੁਖਾਂ ਦੀ, ਸੰਤਾਂ ਦੀ ਸੇਵਾ ਕਰਕੇ ਕਰੋੜਾਂ ਅਪਰਾਧ ਜਿਹੜੇ ਹਨ ਖਤਮ ਹੋ ਜਾਂਦੇ ਹਨ। ਸੁਖਮਨੀ ਸਾਹਿਬ ਦੇ ਵਿੱਚ ਵੀ ਐਸਾ ਹੀ ਬਖਸ਼ਿਸ਼ ਕੀਤੀ ਹੈ, ਜਾਂ ਅਨਕ ਵਿਘਨ ਤੇ ਸਾਧੂ ਰੱਖੈ। ਸੋ ਕਰੋੜਾਂ ਅਪਰਾਧ ਕੀਤੇ ਹੋਣ ਇਨਸਾਨ ਨੇ, ਕਿੰਨੇ ਦੇਖੋ ਕਰੋੜਾਂ ਹੋ ਗਏ, ਕੋਟ ਨਾਮ ਕਰੋੜਾਂ ਭਾਵ ਅਣਗਿਣਤ ਹੀ ਜੇ ਆਪਣਾ ਅਪਰਾਧ ਕੀਤੇ ਹੋਏ ਨੇ, ਉਸਨੇ ਗੁਨਾਹ ਕੀਤੇ ਹੋਏ ਨੇ। ਜਨਮਾਂ ਜਨਮਾਂ ਤਰ੍ਹਾਂ 'ਚ ਬੰਦਾ ਕਿੰਨੇ ਗੁਨਾਹ ਕਰਦਾ ਹੈ, ਪਤਾ ਨਹੀਂ ਕਿੰਨੇ ਕਰੋੜਾਂ ਹੀ ਕੀਤੇ ਹੋਏ ਨੇ। ਹਰ ਇਨਸਾਨ ਨੇ ਕਰੋੜਾਂ ਕੀਤੇ ਹੋਏ ਨੇ। ਕਿੰਨੇ ਜ਼ਿੰਦਗੀ ਪਤਾ ਨਹੀਂ ਕਦੋਂ ਚੱਲੀ ਹੋਈ ਹੈ, ਅਰਬਾਂ ਸਾਲਾਂ ਤੋਂ ਕਰੋੜਾਂ ਗੁਨਾਹ ਕੀਤੇ ਹੋਏ ਹਨ। ਸੋ ਪਰੰਤੂ ਜੇ ਸ਼ਰਨ ਵਿੱਚ ਪੈ ਜਾਵੇ, ਓਟ ਅਪਰਾਧ ਮਿਟੈ ਜਨ ਸੇਵਾ, ਜਨ ਸੇਵਾ, ਸੇਵਾ ਕਰਕੇ ਸਾਧੂਆਂ ਦੀ, ਜਨਾਂ ਦੀ, ਪ੍ਰਭੂ ਦੇ ਜਨਾਂ ਦੀ ਮਿਟੈ ਜਨ ਸੇਵਾ। ਹਰ ਕੀਰਤਨ ਰਸ ਗਾਈਐ, ਇਹ ਹਰੀ ਦਾ ਕੀਰਤਨ ਰਸ ਦੇ ਵਿੱਚ ਆ ਕੇ ਜਿਹੜਾ ਹੈ ਗਾਉਣਾ ਹੁੰਦਾ ਹੈ। ਉਹਨਾਂ ਦੀ ਸੰਗਤ ਕਰਕੇ ਕਰੋੜਾਂ ਅਪਰਾਧ ਮਿਟ ਜਾਂਦੇ ਹਨ। ਅਤੇ ਕੀਰਤਨ ਜਿਹੜਾ ਹੈ ਰਸਮਈ ਕੀਰਤਨ, ਆਨੰਦ ਦੇ ਵਿੱਚ ਜਹ ਕੀਰਤਨ ਤੇਰਾ ਸਾਧੂ ਗਾਵੈ ਤਹ ਮੇਰਾ ਮਨ ਲਾਗੈ। ਉੱਥੇ ਮਨ ਲੱਗਦਾ ਅਤੇ ਪਰਮਾਤਮਾ ਦਾ ਕੀਰਤਨ ਭਗਤੀ ਦੇ ਵਿੱਚ ਜੁੜ ਜਾਂਦੇ ਹਨ ਇਨਸਾਨ। ਰਸ ਆਉਂਦਾ, ਆਨੰਦ ਆਉਂਦਾ ਹੈ। ਇਹਾਂ ਸੁਖ ਆਗੈ ਮੁਖ ਉਜਲ, ਜਨ ਕਾ ਸੰਗ ਵਡਭਾਗੀ ਪਾਈਐ। ਸੰਤਾਂ ਦੀ ਸੰਗਤ ਕਰਕੇ ਇੱਥੇ ਵੀ ਮੁਖ ਉਜਲ ਹੋ ਜਾਂਦਾ। ਭਾਈ ਬੰਦਾ ਸਿਆਣਾ ਹੋ ਗਿਆ ਹੈ, ਗਲਤ ਰਸਤੇ ਤੋਂ ਬਚ ਗਿਆ। ਇਹਾਂ ਸੁਖ, ਇੱਥੇ ਵੀ ਸੁਖ ਮਿਲਦਾ ਹੈ। ਅਤੇ ਇਹਾਂ ਸੁਖ ਆਗੈ ਮੁਖ ਉਜਲ, ਪ੍ਰਭੂ ਦੀ ਦਰਗਾਹ ਦੇ ਵਿੱਚ ਜਦੋਂ ਅੱਗੇ ਸਰੀਰ ਛੱਡ ਕੇ ਰੂਹ ਨੇ ਜਾਣਾ, ਆਤਮਾ ਨੇ ਜਾਣਾ, ਫਿਰ ਮੁਖ ਉਜਲੇ ਲੈ ਕੇ ਜਾਂਦੇ ਹਨ ਉਹ ਜੋ ਸੰਤਾਂ ਦੀ ਸੰਗਤ ਕਰਦੇ ਹਨ। ਇਹਾਂ ਸੁਖ ਆਗੈ ਮੁਖ ਉਜਲ, ਜਨ ਕਾ ਸੰਗ ਵਡਭਾਗੀ, ਵੱਡਿਆਂ ਭਾਗਾਂ ਦੇ ਨਾਲ ਜਨ ਕਾ ਸੰਗ ਵਡਭਾਗੀ ਪਾਈ ਹੈ। ਜਨ ਗੁਰਮੁਖਾਂ ਦਾ, ਸੰਤਾਂ ਦਾ ਜਿਹੜੀ ਸੰਗਤ ਆ ਉਹ ਵੱਡਿਆਂ ਭਾਗਾਂ ਦੇ ਨਾਲ ਮਿਲਦੀ ਹੈ। ਰਸਨਾ ਏਕ ਅਨੇਕ ਗੁਣ ਪੂਰਨ, ਜਨ ਕੀ ਕੇਤਕ ਉਪਮਾ ਕਹੀਐ। ਜਨਾਂ ਦੀ, ਸੰਤਾਂ ਦੀ ਕਿੰਨੀ ਕੁ ਮਹਿਮਾ ਕਰੀਏ, ਕਹਿੰਦੇ ਕਿੰਨੀ ਕੁ ਉਹਨਾਂ ਦੀ ਉਸਤਤ ਕਰ ਸਕਦੇ ਹਾਂ। ਰਸਨਾ ਏਕ, ਸਾਡੀ ਜਿਹੜੀ ਜ਼ੁਬਾਨ ਹੈ, ਜੀਭ ਹੈ, ਉਹ ਤਾਂ ਇੱਕ ਹੈ, ਪਰੰਤੂ ਉਹਨਾਂ ਦੇ ਜਿਹੜੇ ਗੁਣ ਨੇ ਉਹ ਅਨੰਤ ਨੇ। ਅਤੇ ਉਹਨਾਂ ਦੇ ਵਿੱਚ ਇੰਨੇ ਗੁਣ ਨੇ, ਅਨੇਕ ਗੁਣ ਪੂਰਨ, ਇੱਕ ਗੁਣ ਨਹੀਂ ਅਨੇਕਾਂ ਗੁਣਾਂ ਦੇ ਨਾਲ ਪਰਿਪੂਰਨ ਨੇ। ਜਨ ਕੀ ਕੇਤਕ ਉਪਮਾ ਕਹੀ ਹੈ। ਅਤੇ ਸੰਤਾਂ ਦੀ, ਬ੍ਰਹਮ ਗਿਆਨੀਆਂ ਦੀ, ਗੁਰਮੁਖਾਂ ਦੀ ਕਿੰਨੀ ਕੁ ਮਹਿਮਾ ਕਰੀਏ, ਕਹਿੰਦੇ ਭਾਈ ਕਰ ਨਹੀਂ ਹੋ ਸਕਦੀ ਇੱਕ ਜ਼ਬਾਨ ਦੇ ਨਾਲ। ਆਗਮ ਅਗੋਚਰ ਸਦ ਅਬਿਨਾਸੀ, ਸਰਣ ਸੰਤਨ ਕੀ ਲਹੀਐ। ਜੋ ਪਰਮਾਤਮਾ ਅਗਮ ਹੈ, ਗਮਤਾ ਤੋਂ ਰਹਿਤ ਹੈ, ਉਸ ਦਾ ਕੋਈ ਭੇਦ ਹੀ ਨਹੀਂ ਹੈ। ਆਗਮ ਅਗੋਚਰ, ਜੋ ਇੰਦਰੀਆਂ ਤੋਂ ਵੀ ਪਰੇ ਹੈ, ਇੰਦਰੀਆਂ ਦੇ ਵਿਸ਼ਿਆਂ ਤੋਂ ਪਰੇ ਹੈ, ਅਗੋਚਰ ਹੈ ਪਰਮਾਤਮਾ। ਸਦ ਅਬਿਨਾਸੀ, ਸਦਾਈ ਨਾਸ ਤੋਂ ਰਹਿਤ ਅਬਿਨਾਸੀ ਹੈ। ਆਗਮ ਅਗੋਚਰ ਸਦ ਅਬਿਨਾਸੀ, ਸਰਨ ਸੰਤਨ ਕੀ ਲਹੀਏ। ਜੇ ਸੰਤਾਂ ਦੀ ਸ਼ਰਨ ਪ੍ਰਾਪਤ ਕਰਾਂਗੇ ਤਾਂ ਪਰਮਾਤਮਾ ਇਹੋ ਜਿਹਾ ਪਾਇਆ ਜਾ ਸਕਦਾ ਹੈ। ਨਿਰਗੁਣ ਨੀਚ ਅਨਾਥ ਅਪਰਾਧੀ, ਓਟ ਸੰਤਨ ਕੀ ਆਹੀ। ਨਿਰਗੁਣ, ਸੋ ਸਭ ਤੋਂ ਪਹਿਲਾਂ ਤਾਂ ਵੀ ਜੇ ਪਰਮਾਤਮਾ ਜਿਹੜਾ ਅਗੰਮ ਹੈ, ਜੋ ਪਰਮਾਤਮਾ ਗੋਚਰ ਹੈ, ਅਵਿਨਾਸੀ ਹੈ, ਸੰਤਾਂ ਦੀ ਜੇ ਓਟ ਪ੍ਰਾਪਤ ਕਰਾਂਗੇ, ਓਟ ਲਹਾਂਗੇ, ਅਤੇ ਸੰਤਾਂ ਦੀ ਸ਼ਰਨ ਦੇ ਨਾਲ ਹੀ ਜਿਹੜਾ ਹੈ ਪਰਮਾਤਮਾ ਸਰਨ ਸੰਤਨ ਕੀ ਲਈਏ, ਤਾਂ ਇਹੋ ਜਿਹਾ ਪਰਮਾਤਮਾ ਪ੍ਰਾਪਤ ਕੀਤਾ ਜਾ ਸਕਦਾ। ਨਿਰਗੁਣ, ਨੀਚ, ਅਨਾਥ, ਅਪਰਾਧੀ, ਓਟ ਸੰਤਨ ਕੀ ਆਈ, ਜਿਹੜਾ ਕੋਈ ਗੁਣੇ ਨਹੀਂ ਹੈ ਜਿਸ ਦੇ ਵਿੱਚ। ਨਿਰਗੁਣ, ਨੀਚ, ਅਨਾਥ, ਅਨਾਥ ਕਹਿੰਦੇ ਜਿਹਦਾ ਕੋਈ ਮਾਂ ਬਾਪ ਹੀ ਨਾ ਹੋਵੇ। ਅਪਰਾਧੀ, ਬਹੁਤ ਸਾਰੇ ਅਪਰਾਧ ਗੁਨਾਹਾਂ ਦੇ ਵਿੱਚ। ਓਟ ਸੰਤਨ ਕੀ ਆਈ, ਜਿਨ੍ਹਾਂ ਨੇ ਸੰਤਾਂ ਦੀ ਓਟ ਲੈ ਲਈ ਹੈ, ਭਾਵੇਂ ਉਹ ਨਿਰਗੁਣ ਹੈ, ਨੀਚ ਹੈ, ਅਨਾਥ ਹੈ, ਅਪਰਾਧੀ ਹੈ, ਸੰਤਾਂ ਦੀ ਓਟ ਲੈ ਲਈ, ਸੰਤਾਂ ਦੀ ਸ਼ਰਨ ਪ੍ਰਾਪਤ ਕਰ ਲਈ। ਬੂਡਤ ਮੋਹ ਗ੍ਰਹਿ ਅੰਧ ਕੂਪ ਮਹਿ, ਨਾਨਕ ਲਿਹੋ ਨਿਬਾਹੀ। ਇਹ ਬੇਨਤੀ ਵੀ ਹੈ, ਹੇ ਪ੍ਰਭੂ, ਹੇ ਅਕਾਲ ਪੁਰਖ, ਅਸੀਂ ਨਿਰਗੁਣ ਹਾਂ, ਸਾਡੇ ਵਿੱਚ ਗੁਣ ਹੀ ਕੋਈ ਨਹੀਂ ਹੈ। ਅਸੀਂ ਨੀਚ ਹਾਂ, ਨੀਚ ਕਰਮ ਨੇ ਸਾਡੇ, ਨੀਵੀਂ ਸੋਚਣੀ ਹੈ ਸਾਡੀ। ਅਨਾਥ ਹਾਂ ਮਹਾਰਾਜ, ਸਾਡਾ ਕੋਈ ਹੈ ਹੀ ਨਹੀਂ ਦੁਨੀਆ ਦੇ ਉੱਤੇ। ਨਿਰਗੁਣ, ਨੀਚ, ਅਨਾਥ, ਅਪਰਾਧੀ, ਫਿਰ ਅਪਰਾਧ ਕਰਨ ਵਾਲੇ ਹਾਂ ਅਸੀਂ। ਪਤਾ ਨਹੀਂ ਕਿੰਨੇ ਅਪਰਾਧ ਕੀਤੇ ਹੋਣਗੇ।
ਓਟ ਸੰਤਨ ਕਿਹਾ। ਹੁਣ ਸੰਤਾਂ ਦੀ ਓਟ ਲੈ ਲਈ ਅਸੀਂ, ਸੰਤਾਂ ਦੀ ਸ਼ਰਨ ਪ੍ਰਾਪਤ ਕਰ ਲਈ ਹੈ। ਬੂੜਤ ਮੋਹ ਗ੍ਰਹਿ ਅੰਧ ਕੂਪ ਮੈਂ, ਗ੍ਰਸਤ ਦਾ ਜੋ ਅੰਨਾ ਖੂਹ ਹੈ, ਜੋ ਸਿਮਰਨ ਭਜਨ ਨਹੀਂ ਕਰਦੇ ਉਹਨਾਂ ਵਾਸਤੇ ਫਿਰ ਅੰਨਾ ਖੂਹ ਹੀ ਹੈ। ਅਸੀਂ ਇਸ ਅੰਨੇ ਖੂਹ ਦੇ ਵਿੱਚ ਜਿਹੜੇ ਪਏ ਹਾਂ, ਡੁੱਬ ਰਹੇ ਹਾਂ। ਬੂੜਤ ਮੋਹ, ਮੋਹ ਦੇ ਵਿੱਚ ਫਸ ਕੇ। ਗ੍ਰਹਿ ਅੰਧ ਕੂਪ ਮੈਂ, ਇਹ ਜੋ ਆਪਣਾ ਗ੍ਰਹਿ ਅਸੀਂ ਫਸੇ ਹੋਏ ਹਾਂ, ਇਸ ਗ੍ਰਸਤ ਦੇ ਵਿੱਚ ਕਿੰਨੀ ਮਹਾਰਾਜ ਜੀ ਇਹ ਨਿਰਮਾਨਤਾ ਦੇ ਜਿਹੜੇ ਹੈ ਜਣਾ ਰਹੇ ਹਨ ਸਾਨੂੰ ਕਲਯੁਗ ਜੀਵਾਂ ਨੂੰ। ਬੂੜਤ ਮੋਹ ਗ੍ਰਹਿ ਅੰਧ ਕੂਪ ਮਹਿ, ਨਾਨਕ ਲੇਹੋ ਨਿਭਾਈ, ਨਾਨਕ ਲੇਹੋ ਨਿਭਾਈ। ਹੇ ਅਕਾਲ ਪੁਰਖ, ਵਾਹਿਗੁਰੂ ਸੱਚੇ ਪਾਤਸ਼ਾਹ, ਕਿਰਪਾ ਕਰਕੇ ਸਾਨੂੰ ਇਹ ਜਿਹੜੀ ਹੈ ਨਿਭਾ ਲਓ, ਸਾਡੀ ਓਟ ਨਿਭਾ ਲਓ, ਸਾਡੀ ਜ਼ਿੰਦਗੀ ਜਿਹੜੀ ਹੈ ਉਹ ਨਿਭਾ ਲਓ ਸੰਤਾਂ ਦੀ ਸ਼ਰਨ ਦੇ ਵਿੱਚ। ਸੋ ਇਹ ਇਸ ਤਰ੍ਹਾਂ ਜਿਹੜੀ ਹੈ ਇਹ ਬੇਨਤੀ ਕਰਦੇ ਹਨ ਕਿ ਸਾਨੂੰ ਇਸ ਤਰ੍ਹਾਂ ਬੇਨਤੀਆਂ ਕਰਨੀਆਂ ਚਾਹੀਦੀਆਂ ਹਨ। ਹੇ ਅਕਾਲ ਪੁਰਖ, ਸਾਡੇ 'ਤੇ ਕਿਰਪਾ ਕਰੋ, ਸਾਡੀ ਜ਼ਿੰਦਗੀ ਨਿਭ ਜਾਵੇ ਅਤੇ ਸੰਤਾਂ ਦੀ ਓਟ ਦੇ ਵਿੱਚ ਜਿਹੜੀ ਹੈ ਸਾਨੂੰ ਰੱਖੋ, ਮਿਹਰ ਕਰੋ, ਕਿਰਪਾ ਕਰੋ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲਾ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਆਵਨ ਨ ਸੋਝਾ ਦੂਜੀ ਠਾਰ, ਹਾਰ ਪਰੇ ਤੋ ਦੁਆਰੀ। ਲੇਖਾ ਛੋਟਾ ਲੇਖਾ ਛੋਟਾ, ਹਮ ਨਿਰਗੁਣ ਰਹਿਓ ਵਾਰੀ। ਸਤਿਵਕ ਸੰਤ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲੇਹੋ ਇਹ ਵਾਰੀ। ਇਹ ਵਾਰੀ ਜਿਹੜੀ ਆਪਣੇ ਸੰਤਾਂ ਦੇ ਪਿੱਛੇ ਸਾਨੂੰ ਜਿਹੜਾ ਰੱਖ ਲਓ ਮਹਾਰਾਜ। ਸਾਡੀ ਇਹ ਜਿਹੜਾ ਜੀਵਨ ਹੈ, ਸਾਡੀ ਜ਼ਿੰਦਗੀ ਹੈ। ਸੋ ਇਸ ਕਰਕੇ ਕਿਉਂਕਿ ਜੋ ਆਪਣਾ ਸੰਤਾਂ ਦੀ ਸੰਗਤ ਕਰੇਗਾ, ਰੱਬ ਦੇ ਪਿਆਰਿਆਂ ਦੀ ਸੰਗਤ ਕਰੇਗਾ। ਪ੍ਰਭੂ ਸੰਤ ਕੌਣ? ਜੋ ਪ੍ਰਭੂ ਦੇ ਨਾਮ ਦੇ ਵਿੱਚ, ਪ੍ਰਭੂ ਦੇ ਪ੍ਰੇਮ ਵਿੱਚ ਰੰਗੇ ਹੋਏ ਨੇ, ਪ੍ਰਭੂ ਦੇ ਪਿਆਰ ਵਿੱਚ ਰਤੇ ਹੋਏ ਹਨ। ਸੋ ਪ੍ਰਭੂ ਦੀ ਭਗਤੀ ਵਿੱਚ ਰਤੇ ਹੋਏ ਹਨ। ਜੋ ਉਹਨਾਂ ਦੀ ਸੰਗਤ ਕਰੇਗਾ, ਸੇਵਾ ਕਰੇਗਾ ਅਤੇ ਉਸ ਦਾ ਭਲਾ ਹੋਵੇਗਾ। ਚਾਰ ਪਦਾਰਥ ਜੋ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੈ। ਗੁਰੂਆਂ ਨੇ ਕਰਕੇ ਦਿਖਾਇਆ ਹੈ। ਅਤੇ ਪਿਤਾ ਜੀਆਂ ਨੇ, ਮਹਿਤਾ ਕਲਿਆਣ ਚੰਦ ਜੀ ਨੇ 20 ਰੁਪਏ ਦੇ ਕੇ ਤੋਰਿਆ ਗੁਰੂ ਨਾਨਕ ਜੀਆਂ ਨੂੰ। ਪਿਤਾ ਜੀਆਂ ਨੇ ਕਿ ਜਾਓ ਪੁੱਤਰ, ਜੇ ਤੁਹਾਡਾ ਮਨ ਖੇਤੀ ਵਿੱਚ ਨਹੀਂ ਲੱਗਦਾ, ਦੁਕਾਨਦਾਰੀ ਵਿੱਚ ਨਹੀਂ ਲੱਗਦਾ, ਤੁਹਾਨੂੰ ਕੋਈ, ਚਲੋ ਤੁਸੀਂ ਫਿਰ ਇਸ ਤਰ੍ਹਾਂ ਦਾ ਵਪਾਰ ਹੀ ਕਰ ਲਓ, ਕੋਈ ਵਧੀਆ ਸੌਦਾ ਕਰੋ ਜਿਹਦੇ ਨਾਲ ਕੋਈ ਚੰਗਾ ਫਾਇਦਾ ਹੋਵੇ, ਚੰਗਾ ਲਾਭ ਹੋਵੇ। ਸੋ ਸੱਚਾ ਸੌਦਾ, ਖਰਾ ਸੌਦਾ ਜਿਸ ਨੂੰ ਕਹਿੰਦੇ ਨੇ ਵੀ ਖਰਾ ਸੌਦਾ ਕਰਿਓ, ਇਹ ਕੰਮ ਖਰਾ ਹੈ। ਇਸ ਤਰ੍ਹਾਂ ਦਾ ਵਾਧੇ ਦਾ ਸੌਦਾ ਕਰਕੇ ਆਓ। ਸਤਿਗੁਰੂ ਨਾਨਕ ਪਾਤਸ਼ਾਹ ਜੀ ਚਲੇ ਗਏ ਨੇ 20 ਰੁਪਏ ਲੈ ਕੇ। ਭਾਈ ਵਾਲਾ ਜੀ ਨਾਲ ਨੇ, ਕਈ ਜਗ੍ਹਾ ਭਾਈ ਮਰਦਾਨਾ ਜੀ ਨਾਲ ਨੇ ਜਾਂ। ਸੋ ਅੱਗੇ ਦੇਖਿਆ ਵੀ ਸਾਧੂ ਲੋਕ ਬੈਠੇ ਨੇ, ਪੁਰਾਤਨ ਸਮਿਆਂ ਦੇ ਸਾਧੂ ਲੋਕ ਐਂ ਵਿਰਕਤ ਹੁੰਦੇ ਸਨ, ਕਿਸੇ ਤੋਂ ਮੰਗਦੇ ਨਹੀਂ ਸਨ ਭਗਤੀ ਦੇ ਵਿੱਚ। ਸੋ ਇਸ ਤਰ੍ਹਾਂ ਦੀ ਮੰਡਲੀ ਬੈਠੀ ਹੈ। ਉਹਨਾਂ ਨੂੰ ਪ੍ਰਤੀਤ ਹੁੰਦਾ ਵਾ ਕਈ ਦਿਨਾਂ ਦਾ ਕੁਛ ਛਕਿਆ ਨਹੀਂ, ਉਹਨਾਂ ਨੇ ਭੋਜਨ ਨਹੀਂ ਛਕਿਆ, ਕਈ ਦਿਨਾਂ ਦੇ ਭੁੱਖੇ ਨੇ, ਪਰੰਤੂ ਪਰਮੇਸ਼ਰ ਹੀ ਪਰਾਇਣ ਨੇ ਉਹ, ਅਤੇ ਵਿਹੰਗਮੀ ਵਿਰਤੀ ਹੈ ਅਤੇ ਪਰਮੇਸ਼ਰ 'ਤੇ ਹੀ ਜਿਹੜੇ ਹਨ ਉਹ ਪਰਾਇਣ ਨੇ, ਪਰਮਾਤਮਾ ਦੇ ਉੱਤੇ ਹੀ ਜਿਹੜਾ ਹੈ ਭਰੋਸਾ ਰੱਖਦੇ ਹਨ। ਸੋ ਬੈਠੇ ਹਨ ਅਤੇ ਪੁੱਛਦੇ ਹਨ ਭਾਈ ਤੁਸੀਂ ਭੋਜਨ, ਭਾਈ ਚਲੋ ਪਰਮਾਤਮਾ ਭੇਜੂਗਾ ਤਾਂ ਛਕ ਲਾਂਗੇ। ਸੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਭੁੱਖੇ ਸਾਧੂਆਂ ਨੂੰ ਜਾਣ ਕੇ ਉੱਥੋਂ ਫਿਰ ਕਿਤੋਂ ਰਸਤਾਂ ਬਸਤਾਂ ਲਿਆ ਕੇ ਜਿਹੜਾ ਹੈਗਾ ਸੰਤਾਂ ਨੂੰ ਸੌਂ ਦਿੱਤੀਆਂ। ਉਹਦਾ ਸਾਰਾ 20 ਰੁਪਏ ਦੇ 20 ਰੁਪਏ ਹੀ ਲਾ ਦਿੱਤੇ। ਉਸ ਸਮੇਂ ਦਾ ਜਿਹੜਾ 20 ਰੁਪਇਆ ਦੇਖੋ ਲੱਖਾਂ ਤੋਂ ਵੀ ਵੱਧ ਜਿਹੜਾ ਉਸ ਸਮੇਂ ਦਾ ਤਾਂ 1 ਰੁਪਇਆ ਹੀ ਬਹੁਤ ਹੁੰਦਾ, ਅਤੇ ਕੌਡੀਆਂ ਹੀ ਬਹੁਤ ਚੱਲਦੀਆਂ ਸੀਗੀਆਂ, ਆਨੇ ਦੁਆਨੇ। ਸੋ ਅੱਜ ਤੋਂ 550 ਸਾਲ ਪਹਿਲਾਂ। ਸੋ ਉਸ ਸਮੇਂ ਦਾ ਜਿਹੜੇ 20 ਰੁਪਏ ਸਨ ਉਹੀ ਸਾਧੂਆਂ ਨੂੰ ਭੋਜਨ ਛਕਾ ਦਿੱਤਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ। ਅਤੇ ਹੁਣ ਪਿਤਾ ਜੀ ਨੇ ਤਾਂ ਗੁੱਸੇ ਹੋਣਾ ਹੀ ਸੀਗਾ, ਅਤੇ ਭਾਈ ਆਪਣਾ ਮਰਦਾਨਾ ਜੀ ਤਾਂ ਆਪਣਾ ਘਰੇ ਜਾ ਵੜੇ, ਭਾਈ ਵਾਲਾ ਜੀ ਘਰੇ ਜਾ ਵੜੇ, ਅਤੇ ਗੁਰੂ ਨਾਨਕ ਪਾਤਸ਼ਾਹ ਜੀ ਛੋਟੀ ਉਮਰ ਸੀ ਉਸ ਸਮੇਂ, ਅਤੇ ਬਾਹਰ ਹੀ ਆਪਣਾ ਕਿਤੇ ਝਾੜੀਆਂ 'ਚ ਹੀ ਬੈਠ ਗਏ ਹਨ। ਆਏ ਨਹੀਂ, ਸ਼ਾਮਾਂ ਹੋ ਗਈਆਂ, ਦੇਖਿਆ ਵੀ ਭਾਈ ਵਾਲਾ ਤਾਂ ਇੱਥੇ ਫਿਰ ਰਿਹਾ ਹੈ, ਕਿਉਂ ਗੁਰੂ ਮਹਾਰਾਜ ਜੀ ਦੇ ਨਗਰ ਤੋਂ ਹੀ ਸੀ। ਮਰਦਾਨਾ ਇੱਥੇ ਫਿਰ ਰਿਹਾ ਹੈ। ਹੁਣ ਉਹਨਾਂ ਨੇ ਵੀ ਸੋਚਿਆ ਵੀ ਹੁਣ ਜਾ ਕੇ ਮਹਿਤਾ ਕਲਿਆਣ ਚੰਦ ਜੀ ਦਾ ਗੁੱਸਾ ਜਦੋਂ ਚੜ੍ਹੇਗਾ ਵੀ ਉਹ ਕੀ ਬੋਲਣਗੇ, ਇਸ ਕਰਕੇ ਡਰਦੇ ਡਰਦੇ ਗਏ ਹੀ ਨਹੀਂ ਹੈਗੇ। ਜਦੋਂ ਦੇਖਿਆ ਵੀ ਭਾਈ ਵਾਲਾ ਤਾਂ ਇੱਥੇ ਫਿਰ ਰਿਹਾ ਹੈ, ਮਰਦਾਨਾ ਤੂੰ ਇੱਥੇ ਫਿਰ ਰਿਹਾ ਹੈ। ਗੁਰੂ ਨਾਨਕ ਜੀ ਪਹਿਲਾਂ ਤਾਂ ਉਹਨਾਂ ਨੇ ਟਾਲਿਆ, ਚੁੱਪ ਬਈ ਵੀ ਦੱਸ ਵੀ ਕਿੱਥੇ ਨੇ ਗੁਰੂ ਨਾਨਕ। ਫਿਰ ਦੇਖਿਆ ਵੀ ਇੱਥੇ ਹੋਣਗੇ, ਆ ਗਏ ਸੀਗੇ ਵੀ ਘਰ ਤਾਂ ਗਏ ਨਹੀਂ ਹੈਗੇ। ਅਤੇ ਫਿਰ ਉਹਨਾਂ ਨੂੰ ਲੱਭਿਆ ਜਾ ਕੇ ਕਿਤੇ ਗੁਰੂ ਮਹਾਰਾਜ ਦੀਆਂ ਝਾੜੀਆਂ 'ਚ ਬੈਠੇ ਹਨ, ਅਤੇ ਲੈ ਕੇ ਆਂਦਾ। ਫਿਰ ਬਾਈ ਹਾਂ ਜੀ ਕੀ ਸੌਦਾ ਕੀਤਾ, ਕੀ ਕਰਿਆ? ਅਤੇ ਫਿਰ ਆਪਣਾ ਦੱਸਿਆ ਵੀ ਅਸੀਂ ਤੁਸੀਂ ਕਿਹਾ ਸੀ ਸੱਚਾ ਸੌਦਾ ਕਰਿਓ, ਖਰਾ ਸੌਦਾ ਕਰਿਓ। ਅਸੀਂ ਤਾਂ ਉਸ ਖਰਾ ਸੌਦਾ ਕਰ ਆਉਂਦਾ ਵੀ ਸਭ ਨਾਲੋਂ ਖਰਾ ਸੌਦਾ ਕੀ ਹੈ ਜ਼ਿੰਦਗੀ ਦਾ,
ਸੱਚਾ ਸੌਦਾ ਕੀ ਹੈ? ਇਹੀ ਹੈ ਵੀ ਜੋ ਵੀ ਹੈ ਉਹ ਸੰਤਾਂ ਨੂੰ ਛਕਾ ਦਿੱਤਾ ਹੈ। ਜਦੋਂ ਇਹ ਸੁਣਿਆ ਮਹਿਤਾ ਕਲਿਆਣ ਚੰਦ ਜੀ ਨੇ, ਪਿਤਾ ਜੀ ਨੂੰ ਇੰਨਾ ਗੁੱਸਾ ਆਇਆ, 20 ਰੁਪਏ ਖੋ ਦਿੱਤੇ ਜਿਸ ਨੇ, ਖੂਹ ਖਾਤੇ ਪਾ ਦਿੱਤੇ, ਉਹਨੂੰ ਤਾਂ ਹੀ ਲੱਗਦਾ ਸੀਗਾ। ਸੋ ਫਿਰ ਚਪੇੜਾ ਵੀ ਜਿਹੜਾ ਹੈ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਮਾਰੀਆਂ। ਗੁੱਸੇ ਦੇ ਵਿੱਚ ਆ ਕੇ ਸੋ ਬੇਬੇ ਨਾਨਕ ਜੀ ਨੇ ਜਾ ਕੇ ਹੱਥ ਪਕੜਿਆ। ਸੋ ਇਸ ਕਰਕੇ ਇਹ ਸੱਚਾ ਸੌਦਾ ਜ਼ਿੰਦਗੀ ਦਾ। ਸੋ ਇਹੀ ਸਭ ਨਾਲੋਂ ਵੱਡੀ ਗੱਲ ਹੈ। ਜੋ ਇਹ ਨਹੀਂ ਕਰੇਗਾ, ਸਾਧੂਆਂ ਦੀ ਨਾਮ ਜਪਣ ਦੀ ਸੰਗਤ ਨਹੀਂ ਕਰੇਗਾ, ਅਤੇ ਉਹ ਫਿਰ ਧਰਮ ਦੇ ਮਾਰਗ 'ਤੇ ਕੈਸੇ ਚੱਲੇਗਾ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਾਰ-ਵਾਰ ਇਹ ਜਿਹੜੀ ਹੈ ਇਹ ਪ੍ਰੇਰਨਾ ਕਰਦੀ ਹੈ। ਭਾਈ ਤਨ ਸੰਤਨ ਕਾ, ਤਨ ਸੰਤਨ ਕਾ, ਮਨ ਸੰਤਨ ਕਾ ਕੀਆ, ਸੰਤ ਪ੍ਰਸਾਦ ਹਰ ਨਾਮ ਧਿਆਇਆ, ਸਰਵ ਕੁਸਲ ਤਵ ਥੀਆ, ਸੰਤਨ ਬਿਨ ਅਵਰ ਨਾ ਦਾਤਾ ਬੀਆ। ਸੋ ਇਸ ਸ਼ਬਦ ਦੇ ਅੰਦਰ ਜੋ ਇਸ ਸ਼ਬਦ ਦੀ ਜਿਹੜੀ ਹੈ ਸੰਖੇਪਕ ਵਿਚਾਰ ਜਿਹੜੀ ਹੈ ਤੁਸੀਂ ਸਰਵਣ ਕੀਤੀ ਹੈ। ਸੰਤਾਂ ਦੀ ਮਹਿਮਾ ਗੁਰੂ ਮਹਾਰਾਜ ਜੀ ਨੇ ਕੀਤੀ ਹੈ। ਜੇ ਸੰਤਾਂ ਦੀ ਮਹਿਮਾ ਗੁਰੂ ਨੂੰ ਕਰਨਗੇ, ਬਾਣੀ ਨਹੀਂ ਕਰੀ ਤਾਂ ਹੁਣ ਹੋਰ ਕੌਣ ਕਰੂਗਾ। ਇਹ ਗੁਰਾਂ ਨੇ ਬਾਣੀ ਇੰਨੀ ਉਚਾਰਨ ਦੇ ਬਾਵਜੂਦ ਵੀ ਜਿਹੜੀ ਹੈ ਦੁਨੀਆ ਹੈ ਭਾਈ ਨਿੰਦਿਆ ਦੇ ਵਿੱਚ ਫਸੀ ਹੋਈ ਹੈ, ਕੁਰਾਹੇ ਪਏ ਹੋਏ ਹਨ। ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਵੀ ਇਹ ਗੱਲਾਂ ਕਹਿਣ ਲੱਗ ਪਏ, ਗੁਰੂ ਘਰ ਵੀ ਤਾਂ ਸੰਤ ਹੁੰਦੇ ਹੀ ਨਹੀਂ ਹਨ। ਸੋ ਦੇਖੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਸਾਨੂੰ ਲਾਇਆ ਹੈ, ਪਰੰਤੂ ਇਹ ਗੱਲ ਹੈ ਵੀ ਸੰਤ ਕੌਣ ਹੈ। ਕੋਈ ਪੜ੍ਹੇ ਲਿਖੇ ਨੂੰ ਸੰਤ ਨਹੀਂ ਕਹਿੰਦੇ, ਕਿਸੇ ਵਿਦਵਾਨ ਨਹੀਂ ਕਹਿੰਦੇ। ਜੋ ਰੂਹ ਪਰਮਾਤਮਾ ਦੇ ਦਰਗਾਹ ਤੋਂ ਭਰੋਸਾਈ ਆਉਂਦੀ ਹੈ, ਅਕਾਲ ਪੁਰਖ ਦੀ ਕਿਰਪਾ ਜਿਸ 'ਤੇ ਹੋ ਜਾਂਦੀ ਹੈ, ਗੁਰੂ ਦੀ ਨਜ਼ਰ ਜਿਸ 'ਤੇ ਹੋ ਜਾਂਦੀ ਹੈ, ਗੁਰੂ ਦੀ ਖੁਸ਼ੀ ਦੀ ਪਾਤਰ ਜਿਹੜੀ ਰੂਹ ਹੋ ਜਾਂਦੀ ਹੈ। ਸੋ ਜਿਨ੍ਹਾਂ ਦੇ ਕੋਲੇ ਪਰਮਾਤਮਾ ਦੇ ਨਾਮ ਦਾ ਖਜ਼ਾਨਾ ਹੋ ਜਾਂਦਾ ਹੈ, ਜਿਨ੍ਹਾਂ ਦੀ ਸੁਰਤੀ ਪਰਮਾਤਮਾ ਨਾਲ ਜੁੜ ਜਾਂਦੀ ਹੈ, ਜਿਨ੍ਹਾਂ ਨੂੰ ਪਰਮਾਤਮਾ ਦਾ ਰੰਗ ਲੱਗ ਜਾਂਦਾ ਹੈ, ਜਿਨ੍ਹਾਂ ਨੂੰ ਸਵਾਸ ਗਰਾਸ ਪਰਮਾਤਮਾ ਦਾ ਨਾਮ ਵਿਸਰਦਾ ਨਹੀਂ ਹੈ, ਸੋ ਉਹਨਾਂ ਦੀ ਸੰਗਤ, ਉਹਨਾਂ ਦੀ ਸੇਵਾ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇੰਨਾ ਪਿਆਰ, ਇੰਨੀ ਬਖਸ਼ਿਸ਼ ਜਿਹੜੀ ਹੈ ਇਹ ਕਥਨ ਕੀਤੀ ਹੈ ਬਾਣੀ ਦੇ ਅੰਦਰ। ਸੋ ਆਓ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗੀਏ, ਸਾਧੂ ਸੰਤਾਂ ਜੋ ਸੱਚੇ ਮਹਾਰਾਜ ਦੇ ਪਿਆਰੇ ਹਨ ਉਹਨਾਂ ਦੀ ਸੰਗਤ ਕਰੀਏ। ਸੋ ਸੰਗਤ ਕਰਨ ਦੇ ਨਾਲ, ਸੇਵਾ ਸਿਮਰਨ ਕਰਨ ਦੇ ਨਾਲ ਸਾਡੇ ਜੀਵਨ ਦੇ ਵਿੱਚ ਜਿਹੜਾ ਹੈਗਾ ਆਪਣਾ ਸਾਡਾ ਭਲਾ ਹੋਵੇਗਾ। ਇਹਾਂ ਸੁਖਾਗਾ ਮੁਖ ਉਜਲ ਸੰਗ ਸੰਗ ਪਾਈ ਹੈ। ਸੋ ਇੱਥੇ ਵੀ ਅਤੇ ਪਰਲੋਕ ਦੇ ਵਿੱਚ ਵੀ ਦੇ ਜਿਹੜਾ ਹੈਗਾ ਮੁੱਖ ਉਜਲ ਲੈ ਕੇ ਜਿਹੜਾ ਹੈ ਇਹ ਇਨਸਾਨ ਜਾਂਦਾ ਹੈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਉਪਦੇਸ਼ ਹੈ। ਹੁਣ ਕਈ ਬੰਦੇ ਕਹਿ ਦਿੰਦੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਕਰਨ ਵਾਸਤੇ ਕਹਿ ਰਹੇ ਨੇ ਭਾਈ? ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੀ ਉਪਦੇਸ਼ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਕੰਮ ਕਰਨ ਵਾਸਤੇ ਕਹਿ ਰਹੇ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਾਂਗੇ, ਗੁਰੂ ਦੀ ਕੋਈ ਗੱਲ ਮੰਨਾਂਗੇ ਨਹੀਂ, ਫਿਰ ਗੁਰੂ ਖੁਸ਼ ਨਹੀਂ ਹੋ ਸਕਦਾ। ਗੁਰੂ ਤਾਂ ਹੀ ਖੁਸ਼ ਹੋਵੇਗਾ। ਸੋ ਇਹ ਗੁਰਮਤਿ ਹੈ। ਸਾਧੂ ਸੰਤਾਂ ਦੀ ਸੰਗਤ ਕਰਨੀ, ਸੇਵਾ ਕਰਨੀ ਅਤੇ ਇਹ ਸ਼ਰਨ ਵਿੱਚ ਰਹਿਣਾ, ਇਹ ਗੁਰਮਤਿ ਹੈ, ਇਹ ਮਨਮਤ ਨਹੀਂ ਹੈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੁਕਮ ਹੈ, ਇਹ ਅਕਾਲ ਪੁਰਖ ਦਾ ਹੁਕਮ ਹੈ, ਇਹ 10 ਗੁਰੂ ਸਾਹਿਬਾਨਾਂ ਦਾ ਹੁਕਮ ਹੈ। ਸੋ ਇਸ ਕਰਕੇ ਇਹ ਮਨਮਤ ਨਹੀਂ ਹੈ, ਇਹ ਪਖੰਡ ਨਹੀਂ ਹੈ, ਇਹ ਦਿਖਾਵਾ ਨਹੀਂ ਹੈ, ਇਹ ਗੁਰਮਤਿ ਹੈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਪਦੇਸ਼ ਨੂੰ ਕਮਾਉਣਾ ਹੈ। ਬਾਕੀ ਜਿੰਨੀਆਂ ਵੀ ਸੰਗਤਾਂ ਨੇ ਗੁਰੂ ਮਹਾਰਾਜ ਜੀ ਨੇ ਸੰਤ ਸਿਪਾਹੀ ਹੀ ਬਣਾਏ ਹਨ। ਜੋ ਵੀ ਗੁਰੂ ਦਾ ਸਿੱਖ ਭਜਨ ਪਾਠ ਬੰਦਗੀ ਕਰਦਾ, ਹਰ ਇੱਕ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਾ, ਸ਼ਾਂਤਤਾ ਹੀ ਧਾਰਨ ਕਰਦਾ, ਸਹਿਨਸ਼ੀਲਤਾ ਧਾਰਨ ਕਰਦਾ, ਨਿਮਰਤਾ ਧਾਰਨ ਕਰਦਾ, ਗੁਣ ਧਾਰਨ ਕਰਦਾ। ਫਿਰ ਇਹ ਜਿਹੜਾ ਹੈ ਸੰਤਤਾਈ ਦੇ ਗੁਣ ਹਨ। ਸੋ ਇਸ ਕਰਕੇ ਗੁਰੂ ਦੇ ਸਿੱਖ ਸੰਤਨ ਪਦ ਇਸ ਕਰਕੇ ਵੀ ਹੁੰਦਾ, ਬਹੁਵਾਚਕ ਹੁੰਦਾ ਵੇ, ਇੱਕ ਨਹੀਂ ਕਿੰਨੇ ਹੀ ਭਾਵ। ਜਿੰਨੀਆਂ ਵੀ ਸੰਗਤਾਂ ਹਨ, ਕਿਤੇ ਗੁਰੂ ਦੇ ਘਰ ਦੇ ਵਿੱਚ ਜਿਹੜੀਆਂ ਕਿਤੇ ਤੋੜਾ ਹੈ, ਸਾਰੀਆਂ ਸੰਗਤਾਂ ਜਿਹੜੀਆਂ ਹਨ ਸੰਤਨ ਪਦ ਕਰਕੇ ਸੰਗਤਾਂ ਨੂੰ ਵੀ ਜਿਹੜਾ ਇਹ ਨਵਾਜ਼ਿਆ ਹੈ। ਜਿਵੇਂ ਸਰਵਣ ਕੀਤਾ ਕਿ ਇੱਕ ਨਗਰ ਦੇ ਵਿੱਚ ਇੰਨੇ ਬ੍ਰਹਮ ਗਿਆਨੀ 72, ਗੁਰੂ ਅਮਰਦਾਸ ਮਹਾਰਾਜ ਜੀ ਦੀ ਬਖਸ਼ਿਸ਼, ਐਡੀਆਂ ਰਹਿਮਤਾਂ ਸਤਿਗੁਰਾਂ ਨੇ ਵਰਤਾਈਆਂ, ਇੰਨੀਆਂ ਕਿਰਪਾ ਕੀਤੀਆਂ, ਇੰਨੇ ਸੰਤ ਬਣਾਏ, ਇੰਨੇ ਗੁਰਮੁਖ ਬਣਾਏ, ਪਰਮਹੰਸ ਬਣਾਏ, ਪਾਰਗ੍ਰਾਮੀ ਕਰ ਦਿੱਤੇ। ਸੋ ਇਹ ਸਤਿਗੁਰਾਂ ਦੀ ਬਖਸ਼ਿਸ਼ ਹੈ। ਇਹ 10 ਜਾਮੇ ਜੋ ਇਹ ਸਤਿਗੁਰ ਨੇ ਧਾਰਨ ਕੀਤੇ ਹਨ, ਦੂਸਰੇ ਅਵਤਾਰਾਂ ਦੇ ਵਿੱਚ ਜਿਹੜੇ ਹਨ ਕਾਰਜ ਕੁਛ ਹੋਰ ਕੀਤੇ ਨੇ, ਦੁਸ਼ਟਾਂ ਦਾ, ਜ਼ਾਲਮਾਂ ਦਾ ਨਾਸ ਵੀ ਕੀਤਾ ਹੈ। ਸੋ ਪਰੰਤੂ ਕਿਸੇ ਅਵਤਾਰ ਦੇ ਵਿੱਚ ਇੱਕੋ ਹੀ ਕੰਮ ਕੀਤਾ ਹੈ। ਇਸ ਕਰਕੇ ਬਾਣੀ ਦੇ ਵਿੱਚ ਐਂ ਵੀ ਲਿਖ ਦਿੱਤਾ ਹੈ, ਕ੍ਰਿਸ਼ਨ ਸਦਾ ਅਵਤਾਰੀ ਰੁੱਧਾ, ਕਿਤ ਲਗ ਤਰੈ ਸੰਸਾਰ। ਉਹ ਭਗਵਾਨ ਵਿਸ਼ਨੂੰ ਜੀ, ਉਹਨਾਂ ਨੂੰ ਅਵਤਾਰ ਧਾਰਨ ਕਰਨਾ ਪੈਂਦਾ। ਉਹ ਅਵਤਾਰ
ਉਹਦੇ ਵਿੱਚ ਹੀ ਆਪਣਾ ਰੁੱਝੇ ਹੋਏ ਹਨ। ਪਰੰਤੂ 10 ਜਾਮਿਆਂ ਦੇ ਅੰਦਰ ਫਿਰ ਘਰ ਘਰ ਜਾ ਕੇ ਉਪਦੇਸ਼ ਵੀ ਦਿੱਤਾ ਹੈ, ਦੇਸ਼ਾਂ ਵਿਦੇਸ਼ਾਂ ਵਿੱਚ ਉਪਦੇਸ਼ ਦਿੱਤਾ। ਫਿਰ ਬਾਣੀ ਜਿਹੜੀ ਹੈ ਦਰਗਾਹ ਤੋਂ ਲਿਆਂਦੀ ਹੈ। ਸੋ ਇਸ ਕਰਕੇ ਇਹ ਸਤਿਗੁਰੂ ਅਵਸਥਾ ਵਿੱਚ ਸਤਿਗੁਰੂ ਦੀ ਪਦਵੀ, ਜੇ ਸਤਿਗੁਰੂ ਅਵਤਾਰ ਜੋ ਧਾਰਨ ਕੀਤਾ, ਉਸ ਇੱਕ ਦਾ, ਦੋ, ਚਾਰ ਦਾ, 10, 20 ਦਾ ਉਧਾਰ ਨਹੀਂ ਕੀਤਾ। ਤਾਰੇ ਗਨੇ ਜਾਤ ਹੈ ਨਾ ਤਾਰੇ ਗਨੇ ਜਾਤ ਹੈ। ਫਿਰ ਇੱਕ ਕੋਈ ਗਰੀਬ ਹੈ, ਕੋਈ ਅਮੀਰ ਹੈ, ਲੱਖਾਂ ਕਰੋੜਾਂ ਵਾਸਤੇ ਫਿਰ ਇਹੋ ਜਿਹਾ ਰੁਤਬਾ ਬੰਨ੍ਹ ਦਿੱਤਾ ਹੈ ਕਿ ਜਿੰਨਾ ਚਿਰ ਦੁਨੀਆ ਰਹੂਗੀ ਇਸ ਉਪਦੇਸ਼ ਨੂੰ ਕਮਾ ਕਮਾ ਕੇ ਤਰਦੀਓ ਰਹੂਗੀ। ਬੋਲੋ ਸਤਿਨਾਮ। ਤੇ ਜੁਗੋ ਜੁਗ ਅਟਲ ਸਥਾਪਨ ਕਰ ਦਿੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। 24ਵਾਂ ਅਵਤਾਰ ਹੋਣਾ ਭਗਵਾਨ ਵਿਸ਼ਨੂੰ ਦਾ, ਨੇਕ ਲੰਕ ਅਵਤਾਰ ਹੋਵੇਗਾ। ਪਾਪ ਸਮੂਹ ਵਿਨਾਸ਼ਨ ਕੋ ਕਲਕੀ ਅਵਤਾਰ ਕਹਾਵੈਂਗੇ। ਨੇਹ ਕਲੰਕ ਬਜੀ ਡੰਗ ਚੜੂ ਦਲ ਰਵਿੰਦ ਜੀ। ਪਾਪ ਸਮੂਹ ਵਿਨਾਸ਼ਨ ਕੋ ਕਲਗੀ ਅਵਤਾਰ ਕਹਾਵਾਂਗੇ। ਤੁਰ ਕੱਛ ਤਰੰਗ ਸਪੱਚ ਵੱਡੋ ਕੱਢ ਕਾਢ ਕਿਰਪਾਨ ਖਪਾਵਾਂਗੇ। ਨਿਕਸ ਜਿਮ ਕੇਹਰ ਪਰਵਤੇ ਤਸੋ ਦਵਾਲਾ ਪਾਵਾਂਗੇ। ਪਲ ਭਾਗ ਪਿਆ ਇੱਕ ਸੰਭਲ ਕੇ ਹਰਜੂ ਹਰ ਮੰਦਰ ਆਵਾਂਗੇ। ਸੋ ਉਹ 24ਵਾਂ ਅਵਤਾਰ ਧਾਰਨ ਕਰਨਾ ਹੈ। ਭਗਵਾਨ ਵਿਸ਼ਨੂੰ ਜੀ ਦਾ ਅਵਤਾਰ 24 ਅਵਤਾਰ ਉਹਨਾਂ ਦੇ ਹੋਏ। ਮੱਛ ਅਵਤਾਰ ਧਾਰਨ ਕੀਤਾ, ਕੱਛ ਅਵਤਾਰ ਧਾਰਨ, ਕੱਛੂ ਦਾ ਹੀ ਅਵਤਾਰ ਜਿਹੜਾ ਹੈ ਅਵਤਾਰ ਧਾਰਨ ਕੀਤਾ। ਵਿੰਧਿਆਚਲ ਪਰਬਤ ਨੂੰ ਮਧਾਣਾ ਬਣਾ ਕੇ ਆਪਣਾ ਵਾਸਕੀ ਨਾਗ ਦਾ ਜੋ ਨੇਤਰਾ ਬਣਾ ਕੇ ਸਮੁੰਦਰ ਨੂੰ ਰਿੜਕਿਆ ਦੇਵਤਿਆਂ ਤੇ ਰਾਖਸ਼ਾਂ ਨੇ। ਉਦੋਂ ਫਿਰ ਉਹ ਖੜਦਾ ਹੀ ਨਹੀਂ ਸੀ ਹੈਗਾ। ਫਿਰ ਨੀਚੇ ਕੱਛੂ ਦਾ ਅਵਤਾਰ ਧਾਰਨ ਕੀਤਾ, ਇੱਕ ਮੱਛੀ ਦਾ ਰੂਪ ਧਾਰਨ ਕੀਤਾ, ਮੱਛ ਅਵਤਾਰ, ਕੱਛ ਅਵਤਾਰ। ਪਾਣੀ ਵਿੱਚ ਵਿਚਰਨ ਵਾਲੇ, ਜੰਗਲਾਂ ਵਿੱਚ ਵਿਚਰਨ ਵਾਲੇ ਜਿਹੜੇ ਹਨ, ਐਸਾ ਅਵਤਾਰ ਧਾਰਨ ਕੀਤਾ। ਸ਼ੁਕਰ ਬ੍ਰਹ ਅਵਤਾਰ ਜਿਹਨੂੰ ਕਹਿੰਦੇ ਸੂਰ ਦਾ। ਅਤੇ ਉਹ ਕਿਉਂਕਿ ਧਰਤੀ ਨੂੰ ਹੀ, ਵੇਦਾਂ ਨੂੰ ਹੀ ਲੈ ਗਿਆ। ਰਾਖਸ਼ ਜਿਹੜਾ ਹੈਗਾ ਉਸਨੇ ਲੁਕਾ ਦਿੱਤਾ, ਇੱਕ ਵਾਰ ਪਾਣੀ ਦੇ ਵਿੱਚ ਲੁਕਾ ਦਿੱਤਾ, ਸਮੁੰਦਰ 'ਚ ਗੰਦਗੀ 'ਚ ਲੁਕਾ ਦਿੱਤਾ। ਅਤੇ ਉੱਥੇ ਫਿਰ ਉਹਦੇ ਵਿੱਚੋਂ ਹੁਣ ਸੂਰ ਅਵਤਾਰ ਧਾਰਨ ਕੀਤਾ, ਉਹਦੇ ਵਿੱਚੋਂ ਕੱਢ ਕੇ ਲੈ ਕੇ ਆਉਂਦਾ। ਕਿਉਂਕਿ ਸੂਰ ਨੂੰ ਗੰਦਗੀ ਤੋਂ ਕੋਈ ਜਿਹੜੀ ਹੈ ਘਰਨਾ ਨਹੀਂ ਹੁੰਦੀ ਹੈ। ਉਹ ਅਵਤਾਰ ਧਾਰਨ ਵੀ ਕੀਤਾ, ਬ੍ਰਹ ਅਵਤਾਰ ਜਿਸ ਨੂੰ ਕਹਿੰਦੇ ਨੇ। ਤੋ ਸਮੇਂ ਸਮੇਂ ਦੇ ਨਾਲ ਇਹ ਅਵਤਾਰ ਧਾਰਨ ਕੀਤੇ ਹਨ। ਤੋ ਕਲਕੀ ਅਵਤਾਰ ਜਿਹੜੇ ਹਨ ਬੜੇ ਜੰਗ ਕਰਨਗੇ, ਉਹ ਬੜੇ ਜ਼ਾਲਮਾਂ ਦਾ ਨਾਸ਼ ਕਰਨਗੇ, ਬੜੇ ਬੜੇ ਰਾਜੇ। ਹੋਰ ਕਲਯੁਗ ਜਦ ਤੱਕ ਪਤਾ ਨਹੀਂ ਪੂਰਾ ਕਲਯੁਗ ਫੈਲ ਜਾਣਾ। ਅਤੇ ਅੱਜ ਹੀ ਹਾਲਤ ਇਹ ਹੈ, ਅਜੇ ਹਜ਼ਾਰਾਂ ਸਾਲ ਹੀ ਬੀਤੇ ਨੇ, ਲੱਖਾਂ ਸਾਲ ਜਦੋਂ ਬੀਤ ਜਾਣਗੇ ਕਿੰਨਾ ਕਲਯੁਗ ਛਾ ਜਾਵੇਗਾ, ਵੀ ਕਿੰਨੀ ਦੁਨੀਆ ਕਰਾਹੇ ਪੈ ਜਾਵੇਗੀ। ਭਗਤੀ ਕਰਨ ਦਿਓ, ਕਿਸੇ ਨੂੰ ਭਗਤੀ ਨਹੀਂ ਕਰਨ ਦੇਣੀ। ਕਲਯੁਗ ਦਾ ਅੰਤ, ਕਿਸੇ ਨੂੰ ਰੱਬ ਦਾ ਨਾਂ, ਅੱਜ ਤਾਂ ਆਪਾਂ ਰੱਬ ਦਾ ਨਾਂ ਲੈ ਸਕਦੇ ਹਾਂ, ਸੰਗਤ ਕਰ ਸਕਦੇ ਹਾਂ। ਕਹਿੰਦੇ ਇੱਕ ਫਿਰ ਜਿਹੜਾ ਰੱਬ ਦੀ ਭਗਤੀ ਕਰਦਾ ਹੋਊਗਾ ਨਾ, ਉਹਦੀ ਜਿਹੜੀ ਸ਼ਿਕਾਇਤ ਆ ਉਹਦੀ ਘਰ ਵਾਲੀ ਉਹ ਕਰੂਗੀ ਵੀ ਆਓ ਮੈਂ ਤੁਹਾਨੂੰ ਦਿਖਾਵਾਂ ਰੱਬ ਦਾ ਨਾਂ ਲੈਂਦਾ ਬੰਦਾ, ਮੇਰਾ ਘਰ ਵਾਲਾ ਰੱਬ ਦਾ ਨਾਂ ਲੈਂਦਾ, ਆਹ ਮੈਂ ਤੁਹਾਨੂੰ ਦਿਖਾਵਾਂ। ਰਾਜੇ ਕੋਲ ਜਾ ਕੇ ਸ਼ਿਕਾਇਤ ਕਰੂਗੀ, ਜਿੱਥੋਂ ਕਲਕੀ ਅਵਤਾਰ ਧਾਰਨ ਕਰਨਾ ਹੈ ਜਿਹਨਾਂ ਪਾਪ ਸਮੂਹ ਵਿਨਾਸ਼ਨ ਕੋ ਕਲਕੀ ਇੱਕ ਗੁਫਾ ਦੇ ਅੰਦਰੋਂ ਹੀ ਜਿਹੜਾ ਹੈ ਸਮੇਤ ਘੋੜੇ ਦੇ ਉੱਤੇ ਆਪਣਾ ਸ਼ੂਕਦੇ ਹੋਏ ਨਿਕਲਣਗੇ। ਕਿਹ ਨਿਕਸੇ ਜਿਮ ਕੇਹਰ ਪਰਬਤ, ਜਿਵੇਂ ਸ਼ੇਰ ਜਿਹੜਾ ਹੈ ਗਰਜਦਾ ਨਿਕਲਦਾ ਹੁੰਦਾ, ਇਸ ਤਰ੍ਹਾਂ ਸਵਾਰ ਹੋ ਕੇ ਚਿੱਟੇ ਘੋੜੇ ਦੇ ਉੱਤੇ ਫਿਰ ਜਿਹੜੇ ਹਨ ਉਹ ਪ੍ਰਗਟ ਹੋਣਗੇ ਰੱਖਿਆ ਵਾਸਤੇ। ਸੋ ਇਹੋ ਜਿਹਾ ਸਮਾਂ ਅੱਜ ਅਸੀਂ ਸੇਵਾ ਕਰ ਸਕਦੇ ਹਾਂ, ਸੰਗਤ ਕਰ ਸਕਦੇ ਹਾਂ। ਔਖਾਂ ਤਾਂ ਆਉਂਦੀਆਂ ਨੇ, ਤਕਲੀਫਾਂ ਆਉਂਦੀਆਂ ਨੇ, ਬਾਣੀਆਂ ਨੂੰ ਅੱਗਾਂ ਲੱਗਦੀਆਂ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਬੀ ਕਿੰਨਾ ਕਲਯੁਗ ਜਿਹੜਾ ਛਾ ਗਿਆ ਹੈ, ਪਰੰਤੂ ਅੱਗੇ ਕਲਯੁਗ ਕਿੰਨਾ ਹੋਵੇਗਾ, ਕੋਈ ਰੱਬ ਦਾ ਨਾਂ ਕਿੰਨਾ ਲੈਣਾ ਔਖਾ ਹੋਵੇਗਾ। ਉਸ ਸਮੇਂ ਭਗਤੀ ਕਰਨੀ ਕਿੰਨੀ ਔਖੀ ਹੋਈ, ਕਿਵੇਂ ਕਰੇਗਾ ਕੋਈ ਸੇਵਾ, ਕਿਵੇਂ ਸੰਗਤ ਕਰੇਗਾ ਕੋਈ। ਇਸ ਤਰ੍ਹਾਂ ਦੇ ਹਾਲਾਤ ਬਣ ਜਾਣਗੇ ਦੇਖੋ। ਅਤੇ ਅੱਜ ਅਸੀਂ ਚਲੋ ਫਿਰ ਵੀ ਚੰਗੇ ਹਾਂ, ਅਸੀਂ ਸੰਗਤ ਸੇਵਾ ਸਿਮਰਨ ਕਰ ਸਕਦੇ ਹਾਂ, ਬਾਣੀ ਪੜ੍ਹ ਸਕਦੇ ਹਾਂ ਭਾਈ। ਅਤੇ ਦੁਨੀਆ ਤਾਂ ਹੁਣ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਤਾਂ ਕਰਨੀਆਂ ਸ਼ੁਰੂ ਹੋ ਗਈਆਂ। ਕਲਯੁਗ ਹੈ ਭਾਈ, ਅੱਗੇ ਅੱਗੇ ਹਜ਼ਾਰਾਂ ਸਾਲਾਂ ਤੱਕ ਕੀ ਹੋਊਗਾ, ਲੱਖਾਂ ਸਾਲਾਂ ਤੱਕ ਕੀ ਹੋਊਗਾ ਵੀ ਕੋਈ ਰੱਬ ਦਾ ਨਾਂ ਲੈਣ ਵਾਸਤੇ ਕੋਈ ਤਿਆਰ ਨਹੀਂ ਹੋਊਗਾ। ਘਰ ਵਾਲੀ ਉਹ ਜਾ ਕੇ ਸ਼ਿਕਾਇਤ ਕਰੂਗੀ ਵੀ ਆਓ ਮੈਂ ਦਿਖਾਉਂਦੀ ਹਾਂ ਕਿ ਬੰਦਾ ਜਿਹੜਾ ਹੈ ਨਾ, ਮੇਰਾ ਘਰ ਵਾਲਾ ਰੱਬ ਦਾ ਨਾਂ ਲੈਂਦਾ ਹੈ, ਸਵੇਰੇ ਉੱਠ ਕੇ ਪਰਮਾਤਮਾ ਦੀ ਭਗਤੀ ਕਰਦਾ, ਉਸ ਨੂੰ ਪਕੜਾਵੇਗੀ ਉਹ। ਸੋ ਇਸ ਤਰ੍ਹਾਂ ਦੇ ਹਾਲਾਤ ਹੋਣਗੇ, ਉਸ ਸਮੇਂ ਉਹ ਅਵਤਾਰ ਹੋਵੇਗਾ। ਸੋ ਫਿਰ ਉਹ ਵੱਡੇ ਵੱਡੇ ਰਾਜੇ ਕਿੰਨੇ ਕੁ ਹੋਣਗੇ, ਉਹਨਾਂ ਦੇ ਨਾਲ ਬੜੇ ਭਾਰੇ ਜਿਹੜੇ ਹਨ ਜੰਗ ਹੋਣਗੇ। ਗੁਰੂ ਜੀ ਨੇ 10ਵੇਂ ਗ੍ਰੰਥ ਦੇ ਅੰਦਰ ਸਾਰਾ ਜਿਹੜਾ ਹੈ ਵਰਣਨ ਕੀਤਾ ਹੈ। ਤਰਕਛ ਤਰੰਗ ਸਪੱਟ ਵਿੱਚ ਸਪੱਚ ਵੱਡੋ ਕੱਢਕਾਰ ਕਿਰਪਾਨ ਖਪਾਵਾਂਗੇ। ਨਿਕਸ ਜਿਮ ਕੇਹਰ ਪਰਵਤੇ ਤਾਂ ਸੋਸ ਵਾਲਾ ਪਾਵਾਂਗੇ। ਭਲ ਭਾਗ ਪਿਆ ਇੱਕ ਸੰਭਲ ਕੇ ਹਰ ਜੂ ਹਰ ਮੰਦਰ ਆਵਾਂਗੇ। ਹਰਿਮੰਦਰ ਸਾਹਿਬ ਵੀ ਫਿਰ ਆਉਣਗੇ ਉਹ ਅਵਤਾਰ ਜਿਹੜੇ ਹੋਣਗੇ।
ਸੋ ਇਸ ਕਰਕੇ ਇਹ ਜ਼ਿਆਦਾ ਵਿਸਥਾਰ ਵਿੱਚ ਆਪਾਂ ਨਹੀਂ ਜਾਂਦੇ। ਜੋ ਗੁਰੂਆਂ ਨੇ ਫਿਰ ਇਹ 10 ਅਵਤਾਰ ਧਾਰਨ ਕੀਤੇ ਹਨ, ਜੋ ਗੁਰੂਆਂ ਨੇ ਅਵਤਾਰ ਧਾਰਨ ਕੀਤਾ ਹੈ, ਅਕਾਲ ਪੁਰਖ ਦੀ ਰੱਬੀ ਜੋਤ ਨੇ, ਉਹਨਾਂ ਅਵਤਾਰਾਂ ਦੀ ਕਿਉਂ ਮਹਿਮਾ ਹੈ ਭਾਈ? ਉਹ ਵੀ ਰੱਬੀ ਜੋਤਾਂ ਆਈਆਂ ਨੇ ਦੁਨੀਆ ਦੇ ਉੱਤੇ, ਉਹਨਾਂ ਨੇ ਕੋਈ ਗਲਤ ਤਾਂ ਨਹੀਂ ਕੀਤਾ। ਉਹਨਾਂ ਨੇ ਆ ਕੇ ਜ਼ਾਲਮਾਂ ਦਾ ਨਾਸ਼ ਕੀਤਾ ਹੈ, ਸਹੀ ਮਾਰਗ ਦਿਖਾਇਆ ਹੈ, ਆਪਣੇ ਭਗਤਾਂ ਨੂੰ ਜਿਹੜਾ ਹੈ ਗੱਲ ਦੇ ਨਾਲ ਲਾਇਆ ਹੈ, ਰੱਬ ਦੇ ਭਗਤਾਂ ਨੂੰ। ਕਿਉਂਕਿ ਪਰਮਾਤਮਾ ਤਾਂ ਨਿਰਗੁਣ ਰੂਪ ਹੈ, ਪਰੰਤੂ ਉਸ ਸਰੂਪ ਦੇ ਵਿੱਚ ਆ ਕੇ ਉਹਨਾਂ ਨੂੰ ਨਿਵਾਜਿਆ ਹੈ। ਅਤੇ ਪਰਮਾਤਮਾ ਦਾ ਨਿਰਗੁਣ ਰੂਪ ਹੈ, ਕੋਈ ਅਵਤਾਰ ਧਾਰਨ ਕਰਦਾ ਸਰੀਰ ਧਾਰਨ ਕਰਕੇ। ਸੋ ਇਸ ਕਰਕੇ ਉਹਨਾਂ ਜਾਮਿਆਂ ਦੇ ਅੰਦਰ ਜਿਹੜਾ ਹੈ, ਇਸ ਕਰਕੇ ਵਡਿਆਈਆਂ ਬਾਣੀ ਦੇ ਵਿੱਚ ਲਿਖੇ ਨੇ, ਉਹ ਰੱਬੀ ਜੋਤ ਦੀ ਵਡਿਆਈ ਕੀਤੀ ਹੈ। ਸੋ ਗੁਰਾਂ ਨੇ ਫਿਰ ਜਿਹੜਾ ਬੱਚੇ ਵਾਸਤੇ ਜਿਹੜੇ ਹੈ 10 ਅਵਤਾਰ ਧਾਰਨ ਕੀਤੇ ਨੇ, ਅਤੇ ਜੰਗ ਵੀ ਕੀਤੇ ਨੇ, ਇਹਦੇ ਵਿੱਚ ਮਰਿਆਦਾ ਵੀ ਰੱਖੀ ਹੈ, ਲੀਲਾ ਵੀ ਕੀਤੀ ਹੈ। ਸੋ ਇਸ ਕਰਕੇ ਇਹ ਸਿਮਰਨ ਦਾ ਨਾਮ ਦਾ ਜਿਹੜਾ ਹੈ ਇਹ ਮਹਿਮਾ ਜਿਹੜੀ ਹੈ ਇਹ ਬਖਸ਼ਿਸ਼ ਕੀਤੀ ਹੈ। ਸਤਨਾਮ ਕਾ ਚੱਕਰ ਪਰਾਇਆ ਗੁਰੂ ਨਾਨਕ ਪਾਤਸ਼ਾਹ ਜੀਆਂ ਤੋਂ ਲੈ ਕੇ ਹੁਣ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰਗੱਦੀ 'ਤੇ ਸੁਸ਼ੋਭਿਤ ਨੇ। ਸਾਰੇ ਸੰਸਾਰ ਨੂੰ ਰਾਹ ਦਿਖਾ ਰਹੀ ਹੈ ਬਾਣੀ। ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੈ ਮਨ ਆਏ। ਸੋ ਇਸ ਕਰਕੇ ਅਸੀਂ ਭਾਗਾਂ ਵਾਲੇ ਹਾਂ ਭਾਈ, ਜੋ ਆਪਣਾ ਗੁਰੂ ਮਹਾਰਾਜ ਦੇ ਲੜ ਲੱਗਣਗੇ, ਇਸ ਰੱਬੀ ਜੋਤ ਦੇ ਲੜ ਲੱਗਣਗੇ, ਸ਼ਬਦ ਗੁਰੂ ਦੇ ਲੜ ਲੱਗਣਗੇ, ਪਰਮਾਤਮਾ ਦੇ ਲੜ ਲੱਗਣਗੇ, ਸਾਧੂ ਸੰਤਾਂ ਦੀ ਜਿਹੜੀ ਹੈ ਸੰਗਤ ਕਰਨਗੇ, ਸ਼ਰਨ ਵਿੱਚ ਪੈਣਗੇ, ਚੱਲਣਗੇ, ਇਸ ਤਰ੍ਹਾਂ ਦਾ ਜੀਵਨ ਬਣਾ ਕੇ ਫਿਰ ਆਪਣੇ ਉਹ ਭਲਾ ਕਰ ਲੈਣਗੇ, ਮੁਕਤੀ ਪ੍ਰਾਪਤ ਕਰ ਲੈਣਗੇ। ਨਾਨਕ ਸਤਿਗੁਰ ਭੇਟਿਆਂ ਪੂਰੀ ਹੋਵੇ, ਜੁਗਤ ਹਸੰਦਿਆਂ ਖਲੰਦਿਆਂ ਪਨੰਦਿਆਂ ਖਵੰਦਿਆਂ ਵਿੱਚ ਹੋਵੇ ਮੁਕਤ। ਕਿਉਂਕਿ ਜਿਸ ਚੀਜ਼ ਦੇ ਉੱਤੇ ਗੁਰੂ ਮਹਾਰਾਜ ਨੇ ਮੋਹਰ ਲਾ ਦਿੱਤੀ ਹੈ, ਬਾਣੀ ਦੀ ਮੋਹਰ ਲੱਗ ਗਈ, ਅਕਾਲ ਪੁਰਖ ਦੀ ਮੋਹਰਾਂ ਨੇ ਇਹ, ਅਤੇ ਤੁਰ ਦਰਗਾਹੀ ਬਾਣੀ ਆ ਇਹ, ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਬਿਲਾ ਲੋ। ਵਿਚਾਰਾਂ ਤਾਂ ਬੰਦਿਆਂ ਦੀ ਤਰ੍ਹਾਂ ਦੀਆਂ ਹੁੰਦੀਆਂ ਨੇ, ਅਲੱਗ-ਅਲੱਗ ਹੁੰਦੀਆਂ ਨੇ, ਉਪਦੇਸ਼ ਵੀ ਅਲੱਗ-ਅਲੱਗ ਨੇ। 6 ਕਰ 6 ਗੁਰ 6 ਉਪਦੇਸ਼, 6 ਸ਼ਾਸਤਰ ਨੇ, ਸਾਂਖ ਹੈ, ਨਿਆਇਕ ਹੈ, ਵਿਦਾਂਤ ਹੈ, ਇਹ 6 ਸ਼ਾਸਤਰ ਨੇ। ਅਤੇ ਉਹਨਾਂ ਦੇ 6 ਰਚਨ ਵਾਲੇ 6 ਰਿਸ਼ੀ ਹਨ, 6ਾਂ ਦੇ ਅਲੱਗ-ਅਲੱਗ ਉਪਦੇਸ਼ ਨੇ। ਨਿਆਇ ਦਾ ਵੱਖਰਾ ਜਿਹੜਾ ਹੈ, ਨਿਆਇਕ ਦਾ ਵੱਖਰਾ ਉਪਦੇਸ਼ ਹੈ, ਅਤੇ ਵਿਦਾਂਤ ਦਾ ਵੱਖਰਾ ਉਪਦੇਸ਼ ਹੈ, ਅਤੇ 6 ਸ਼ਾਸਤਰਾਂ ਦੇ ਵੱਖਰੇ ਵੱਖਰੇ ਉਪਦੇਸ਼। 6 ਕਰ 6 ਗੁਰ 6 ਗੁਰ ਨੇ, 6 ਉਹਨਾਂ ਦੇ ਸੰਦੇਸ਼ ਨੇ। 6 ਕਰ 6 ਗੁਰ 6 ਉਪਦੇਸ਼। ਸੋ ਉਹ ਅਲੱਗ-ਅਲੱਗ ਨੇ, ਸਾਰਿਆਂ ਦੇ ਉਪਦੇਸ਼ ਵੀ ਅਲੱਗ-ਅਲੱਗ ਨੇ, ਪਰੰਤੂ ਜੋ ਅਕਾਲ ਪੁਰਖ ਦੀ ਜੋ ਮੋਹਰ ਲੱਗੀ ਹੋਈ ਆ, ਬਾਣੀ ਕੀ ਹੈ? ਇਹ ਅਕਾਲ ਪੁਰਖ ਦਾ ਉਪਦੇਸ਼ ਹੈ, ਅਕਾਲ ਪੁਰਖ ਦਾ ਸੰਦੇਸ਼ ਹੈ, ਅਕਾਲ ਪੁਰਖ ਦੀ ਚਿੱਠੀ ਹੈ, ਅਕਾਲ ਪੁਰਖ ਦੀ ਮੋਹਰ। ਉਹਦੇ ਵਿੱਚ ਫਿਰ ਜਿਹੜਾ ਹੈ ਦੁਨੀਆ ਦੇ ਵਿਚਾਰ ਉਪਦੇਸ਼ ਤਾਂ ਅਲੱਗ-ਅਲੱਗ ਨੇ, ਪਰੰਤੂ ਜਿੱਥੇ ਗੁਰਬਾਣੀ ਦੀ ਮੋਹਰ ਲੱਗ ਗਈ ਹੈ, ਉਹਦੇ 'ਤੇ ਫਿਰ ਜਿਹੜਾ ਸਿੱਖ ਹੈ ਕੋਈ ਸ਼ੰਕਾ ਸੰਸਾ ਨਹੀਂ ਕਰਦਾ, ਉਸੇ ਤਰੀਕੇ ਦੇ ਨਾਲ ਫਿਰ ਚੱਲਦਾ ਹੁੰਦਾ ਹੈ। ਆਪਣੀ ਮੱਤ ਨੂੰ ਵੱਡੀ ਨਹੀਂ ਸਮਝਦਾ ਹੈ, ਗੁਰੂ ਦੀ ਮੱਤ ਨੂੰ ਹੀ ਵੱਡੀ ਸਮਝਦਾ ਹੈ, ਅਤੇ ਗੁਰਬਾਣੀ ਦੇ ਅਨੁਸਾਰ ਹੀ ਚੱਲਦਾ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਜੋ ਗੁਰੂ ਜੀ ਨੇ ਬਾਣੀ 'ਚ ਕਹਿ ਦਿੱਤਾ ਵੀ ਉਹੀ ਕਰਨਾ ਹੈ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੈ। ਇਸ ਕਰਕੇ ਇਹ ਸ਼ਬਦ ਦੀ ਵਿਚਾਰ ਜਿਹੜੀ ਹੈ ਸਰਵਣ ਕੀਤੀ ਹੈ ਆਪਾਂ ਨੇ। ਸਤਿਗੁਰ ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ, ਆਪਣੀ ਚਰਨ ਸ਼ਰਨ ਬਖਸ਼ਣ, ਸਾਨੂੰ ਐਸਾ ਜੀਵਨ ਪ੍ਰਦਾਨ ਕਰਨ। ਸਤਸੰਗ ਸੇਵਾ ਸਿਮਰਨ ਕਰਦੇ ਹੋਏ, ਦੁਨੀਆ ਦੇ ਵਿੱਚ ਕਾਰ ਵਿਹਾਰ ਕਹਿੰਦੇ ਹੋਏ, ਕਰਦੇ ਹੋਏ, ਡਿਊਟੀਆਂ ਨਿਭਾਉਂਦੇ ਹੋਏ ਅਸੀਂ ਫਿਰ ਪਾਰਗ੍ਰਾਮੀ ਹੋ ਸਕਦੇ ਹਾਂ, ਅਸੀਂ ਤਰ ਸਕਦੇ ਹਾਂ। ਇਸ ਢੰਗ ਤਰੀਕੇ ਦੇ ਨਾਲ ਜੇ ਅਸੀਂ ਚੱਲਾਂਗੇ, ਸਤਿਗੁਰ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ, ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ, ਸੇਵਾ ਸਿਮਰਨ ਕਰਦੇ ਹੋਏ, ਸਾਧੂਆਂ ਦੀ ਸੰਗਤ ਕਰਦੇ ਹੋਏ ਅਸੀਂ ਆਪਣੇ ਜੀਵਨ ਨੂੰ ਸਫਲਾ ਕਰ ਸਕਦੇ ਹਾਂ। ਸੋ ਅੱਖਰ ਵਾਧੇ ਘਾਟੇ ਸਤਿਗੁਰ ਸੱਚੇ ਪਾਤਸ਼ਾਹ ਜੀ ਮਾਫ ਕਰਨ, ਭੁੱਲਾਂ ਦੀ ਮਾਫੀ ਬਖਸ਼ਣ। ਇੱਥੇ ਕਥਾ ਵਿਚਾਰ ਦੀ ਸਮਾਪਤੀ ਹੈ। ਨਿਰਗੁਣ ਨੀਚ ਅਨਾਥ ਅਪਰਾਧੀ, ਓਟ ਸੰਤਨ ਕੀ ਆਹੀ, ਬੂੜਤ ਮੋਹ ਗ੍ਰਹਿ ਅੰਧਕੂਪ ਮਹਿ, ਨਾਨਕ ਲਿਹੋ ਨਿਭਾਹੀ। ਹੇ ਅਚੁਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ,
ਹੈ ਪੀ ਹੋਵਨਹਾਰ। ਹੇ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਾਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰੂ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ, ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ